ਭਰਗਾ ਨੰਦ ਦਾ ਨੋਵਲ ਨਦੀ ਵਰਗੀ ਕੁੜੀ ਦਾ ਦੂਸਰਾ ਭਾਗ ਅੰਗ 8ਵਾਂ। ਸ਼ਰਨਾਰਥੀਆਂ ਦਾ ਆਉਣਾ ਜਾਣਾ ਹਾਲੇ ਰੁਕਿਆ ਨਹੀਂ ਸੀ। ਹੱਲਾ ਗੁੱਲਾ ਸ਼ਾਂਤ ਨਹੀਂ ਸੀ ਹੋਇਆ। ਕਤਲੋ-ਗਾਰਤ ਬਾਦ ਦਸਤੂਰ ਜਾਰੀ ਸੀ। ਡਰ ਤੇ ਅਫਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਸੀ। ਲੋਕ ਘਰਾਂ 'ਚ ਦਬਕੇ ਬੈਠੇ ਸਨ। ਖੇਤ ਬੰਨੇ ਜਾਣਾ ਤੇ ਹੋਰ ਬਾਹਰੀ ਕੰਮ ਧੰਦੇ ਰੁਕ ਗਏ। ਸਮਝ ਲਓ ਕਿ ਲੋਕਾਂ ਦੀ ਜ਼ਿੰਦਗੀ 'ਚ ਖੜੋਤ ਆ ਗਈ। ਕੇਵਲ ਗੁੰਡੇ, ਬਦਮਾਸ਼, ਡਾਕੂਆਂ ਦੀਆਂ ਟੋਲੀਆਂ ਦਾ ਡਰਾਉਣਾ ਰਾਜ ਸਥਾਪਿਤ ਹੋ ਗਿਆ। ਸਾਬੀ ਮੱਦੀ ਵਰਗਿਆਂ ਦੇ ਮੂੰਹ ਲੱਗਿਆ ਮਨੁੱਖੀ ਲਹੂ ਚਾਂਗਰਾ ਮਾਰਦਾ ਫਿਰ ਰਿਹਾ ਸੀ। ਪੰਜਾਬ ਦੀਆਂ ਧੀਆਂ ਵੈਣ ਪਾ ਰਹੀਆਂ ਸਨ। ਵਿਸ਼ੇਰ ਨਾਗਾਂ ਦੇ ਡੰਗਾਂ ਨਾਲ ਪੰਜਾਬ ਦੇ ਅੰਗ ਨੀਲੇ ਪੈ ਚੁੱਕੇ ਸਨ। ਹਾਹਾਕਾਰ ਦਾ ਆਲਮ ਕਦੋਂ ਰੁਕੇਗਾ, ਕਦੋਂ ਅਮਨ ਵਰਤੇਗਾ, ਕੁਝ ਨਹੀਂ ਸੀ ਆਖਿਆ ਜਾ ਸਕਦਾ। ਪੰਜਾਬ ਦੀਆਂ ਇਹਨਾਂ ਬਦਨਸੀਬ ਧੀਆਂ 'ਚੋਂ ਇੱਕ ਮੇਹਰਗੁਲ ਸੀ ਜਿਹਦਾ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ। ਗਿਰਜਾਂ ਦੇ ਬਾਜ਼ਾਰ 'ਚੋਂ ਨੰਗ ਧੜੰਗੀ ਹੋ ਕੇ ਪਰਤੀ ਸੀ। ਉਸ ਪਾਸ ਗੁਆਉਣ ਨੂੰ ਕੁਝ ਨਹੀਂ ਸੀ ਬਚਿਆ। ਜਲਕੁਰ ਦੀ ਮੇਹਰਗੁਲ 'ਚ ਦਿਲਚਸਪੀ ਘਟ ਗਈ। ਉਸ ਅਨੁਸਾਰ ਮੇਹਰ ਨੇ ਸਾਬੀ ਨਾਲ ਵਾਪਰੀ ਘਟਨਾ ਦਾ ਦੁੱਖ ਨਹੀਂ ਮਨਾਇਆ। ਜਲਕੁਰ ਨਾਲ ਕੋਈ ਸੰਵੇਦਨਾ ਸਾਂਝੀ ਨਹੀਂ ਕੀਤੀ। ਜ਼ਾਹਰਾ ਤੌਰ ਤੇ ਉਹ ਮੇਹਰ ਨਾਲ ਨਾਰਾਜ਼ ਸੀ। ਦੂਜੇ ਪਾਸੇ ਉਹ ਇਹ ਵੀ ਸੋਚਦੀ ਕਿ ਮੇਹਰ ਸਾਬੀ ਦਾ ਦੁੱਖ ਕਿਉਂ ਮਨਾਵੇ। ਕੀ ਲੱਗਦਾ ਸੀ ਇਹਦਾ? ਕੇਵਲ ਦੁੱਖ ਦੇਣਾ ਸੀ ਇਸ ਲਈ? ਉਹਦੇ ਉੱਤੇ ਹੋਰ ਦੁੱਖ ਬਥੇਰੇ ਸਨ ਜਿਨ੍ਹਾਂ ਦੇ ਮਾਤਮ 'ਚੋਂ ਕਦੀ ਨਿਕਲ ਨਹੀਂ ਸਕੀ। ਇੱਕ ਤਰ੍ਹਾਂ ਨਾਲ ਮੇਹਰ ਉੱਪਰ ਗੁੱਸੇ ਹੋ ਜਾਣ ਨੂੰ ਉਹਨੇ ਫਜ਼ੂਲ ਸਮਝ ਕੇ ਦਿਲੋਂ ਲਾਉਣ ਦੀ ਕੋਸ਼ਿਸ਼ ਕੀਤੀ। ਘਰੋਂ ਮੇਹਰ ਹੀ ਤਾਂ ਸੀ ਜਿਸ ਨਾਲ ਬੋਲ ਬੁਲਾਰੇ ਸਦਕਾ ਉਹਦਾ ਚਿੱਤ ਹਲਕਾ ਹੋ ਸਕਦਾ। ਬਾਹਰਲੇ ਵਾਤਾਵਰਨ ਤੋਂ ਭੈ-ਭੀਤ ਹੋਏ ਮਲਕਪੁਰੀਏ ਵੀ ਘਰੋਂ ਬਾਹਰ ਨਾ ਨਿਕਲੇ। ਉਹਨਾਂ ਨੂੰ ਭੂਆ ਦੀ ਫਿਕਰ ਤਾਂ ਸੀ, ਪਰ ਕੀ ਕਰਦੇ। ਸੋ ਭੂਆ ਕੋਲ ਆਉਣ 'ਚ ਦੇਰੀ ਹੋ ਗਈ। ਸਤਨਾਮੀ ਆਪਣੀ ਭੂਆ ਸੱਸ ਦਾ ਸਾਧੂ ਹੋਰਾਂ ਨਾਲ ਵੱਧ ਕਰਦੀ। ਉਹਨੂੰ ਬੇਚੈਨੀ ਲੱਗੀ ਤੇ ਸਾਧੂ ਨੂੰ ਲੈ ਕੇ ਚੱਲ ਪਈ। ਜਾ ਕੇ ਵੇਖਿਆ ਇੱਥੇ ਤਾਂ ਭਾਣੇ ਵਰਤੇ ਪਏ ਸੀ। ਸਾਬੀ ਤੋਂ ਟਹਿਲੇ ਦੇ ਕਤਲ ਹੋ ਜਾਣ ਦਾ ਇੰਨਾ ਦੁੱਖ ਨਹੀਂ ਮੰਨਿਆ ਜਿੰਨਾ ਮੇਹਰਗੁਲ ਨਾਲ ਬੀਤੀ ਅਣਹੋਣੀ ਦਾ ਸੋਗ ਮਨਾਇਆ। ਮੇਹਰ ਨੂੰ ਸੱਤੀ ਹੋਰਾਂ ਦਾ ਆਉਣਾ ਚੰਗਾ ਲੱਗਾ। ਭਾਵੇਂ ਸਾਧੂ ਹੋਰੇ ਹਾਲ ਚਾਲ ਪਤਾ ਕਰ ਵਾਪਸ ਮਲਕਪੁਰੇ ਚਲੇ ਗਏ, ਪਰ ਜਾਂਦੇ ਜਾਂਦੇ ਜਲਕੁਰ ਤੇ ਮੇਹਰ ਵਿਚਕਾਰ ਪਏ ਮਨੋਮਨੀ ਦੇ ਪਾੜੇ ਨੂੰ ਭਰ ਕੇ ਸਮਤਲ ਕਰਦੇ ਗਏ। ਘਰ ਦਾ ਸੋਗਮਈ ਮਾਹੌਲ ਆਪਸੀ ਬੋਲਚਾਲ ਤੇ ਵਰਤੋਂ ਵਾਲਾ ਹੋ ਚੱਲਿਆ। ਇੱਕਦਮ ਭਾਵੇਂ ਆਪਣੀਆਂ ਨਾ ਹੋ ਸਕੀਆਂ, ਇੱਕ ਦੂਜੇ ਦੀ ਲੋੜ ਤੇ ਦੁੱਖ ਨੂੰ ਸਮਝਣ ਲੱਗੀਆਂ। ਚੈਨ ਦੀ ਤਲਾਸ਼ ਆਰੰਭ ਹੋ ਗਈ। ਬੇਬੇ, ਮੈਨੂੰ ਤਾਂ ਭੁੱਖ ਜੀ ਨਹੀਂ ਅੱਜ। ਤੇਰੇ ਵਾਸਤੇ ਪਕਾ ਦਿੰਨੀ ਆ 2 ਰੋਟੀਆਂ। ਤੈਨੂੰ ਭੁੱਖ ਕਿਉਂ ਨਹੀਂ? ਰਾਤ ਵੀ 2 ਬੁਰਕੀਆਂ ਖਾ ਕੇ ਸੌਂ ਗਈ। ਪਤਾ ਨਹੀਂ ਕਿਉਂ ਘਬਰਾਹਟ ਜੀ ਹੋਈ ਪਈ ਆ। ਇੰਨੀ ਆਖ ਕੇ ਢਿੱਡ ਤੇ ਹੱਥ ਰੱਖ ਕੇ ਬੱਤ ਲੈਂਦੀ ਮੇਹਰ ਉੱਠ ਖਲੋਤੀ। ਜਲਕੁਰ ਦੀ ਸਮਝ 'ਚ ਆ ਗਿਆ ਸਾਰਾ ਮਾਜਰਾ। ਉਬਲ ਕੇ ਮੇਹਰ ਨੂੰ ਪਾਣੀ ਪਿਆਇਆ, ਬਾਹੋਂ ਫੜ ਕੇ ਮੰਜੀ ਤੇ ਲਟਾਤੀ। ਆਪ ਖਜੂਰ ਦੀ ਪੱਖੀ ਨਾਲ ਹਵਾ ਝੱਲਣ ਲੱਗ ਪਈ। ਇਹੋ ਨੁਕਤਾ ਸੀ ਜਿਹਨੇ ਜਲਕੁਰ ਨੂੰ ਗਦਗਦ ਕਰ ਦਿੱਤਾ। ਉਹਨੇ ਮੇਹਰ ਦੇ ਪੈਰਾਂ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਇਆ। ਉਹ ਧਾਲ ਕੇ ਲਿਆਂਦੀ ਬੇਘਰੀ ਔਰਤ ਦੀ ਖਿਦਮਤਗਾਰ ਬਣ ਗਈ। ਮੇਹਰ ਉਸ ਲਈ ਨਹਿਸ਼ ਕੁਲੈਣੀ ਨਾ ਰਹਿ ਕੇ ਘਰ 'ਚ ਚਾਨਣ ਭਰਨ ਵਾਲੀ ਦੇਵੀ ਲੱਗਣ ਲੱਗੀ। ਮੇਹਰਗੁਲ ਨੇ ਇਸ ਸਥਿਤੀ ਨੂੰ ਕੋਈ ਖੁਸ਼ਖਬਰੀ ਵਜੋਂ ਉੱਕਾ ਹੀ ਨਹੀਂ ਲਿਆ, ਸਗੋਂ ਹੌਸਲਾ ਕਰਕੇ ਆਖਤਾ, ਮੇਰੇ ਕੋਲੋਂ ਕਿਸੇ ਦਾ ਪਾਪ ਨਹੀਂ ਢੋਇਆ ਜਾਣਾ। ਉਸ ਦਰਿੰਦੇ ਦੀ ਹਫਸ ਦਾ ਬੋਝ ਮੈਂ ਪਹਿਲਾਂ ਬਥੇਰਾ ਝੱਲ ਚੁੱਕੀ ਹਾਂ। ਜੋ ਇਹ ਨਵੀਂ ਬਿਪਤਾ ਮੇਰੇ ਗਲ ਮੜੀ ਜਾ ਚੁੱਕੀ ਹੈ, ਹੁਣ ਹੋਰ ਨਹੀਂ। ਬੇਬੇ, ਤੂੰ ਆਪਣਾ ਘਰ-ਬਾਰ ਸਾਂਭ, ਮੈਨੂੰ ਵਿਦਾ ਕਰ। ਕਿਧਰੇ ਉੱਜੜਾ ਮਰਾਂ, ਜਾਨ ਖਲਾਸੀ ਹੋਵੇ। ਇਸ ਬੱਚੇ ਦੀ ਅਣਚਾਹੀ ਮਾਂ ਬਣ ਕੇ ਮੈਂ ਮੋਹ ਜਾਲ 'ਚ ਫਸਣਾ ਨਹੀਂ ਚਾਹੁੰਦੀ। ਬਾਰ-ਬਾਰ ਮੇਰੇ ਮਾਂ-ਬਾਪ, ਭੈਣ ਭਰਾਵਾਂ ਤੇ ਖੁਦ ਮੇਰੇ ਨਾਲ ਹੋਏ ਜ਼ੁਲਮ। ਨਹੀਂ ਮਾਂ, ਇਹ ਭੁੱਲਣ ਯੋਗ ਨਹੀਂ। ਮੈਂ ਹਰਗਿਜ਼ ਇਸ ਘਰ ਨਾਲ ਵਫਾ ਦਾ ਨਾਟਕ ਨਹੀਂ ਕਰ ਸਕਦੀ। ਦਰਸ਼ਨ ਨੂੰ ਮੇਹਰ ਤੇ ਸਾਹਿਬ ਦੀਆਂ ਘਟਨਾਵਾਂ ਬਾਰੇ ਪਤਾ ਲੱਗਿਆ। ਫੌਰਨ ਭੂਆ ਵੱਲ ਨੱਸ ਪਿਆ। ਭੂਆ ਆਪਣੇ ਪੁੱਤਰ ਵਰਗੇ ਭਤੀਜੇ ਨੂੰ ਗਲ ਚੰਬੜ ਕੇ ਮਿਲੀ। ਬੇਅੰਤ ਰੋਈ। ਦਰਸ਼ੀ ਹੋਣਾ ਆ ਭੂਆ ਦਾ ਪਤਾ ਲੈਣ। ਜਦੋਂ ਸਾਰਾ ਕੁਝ ਡੁੱਬਣ ਵਾਲਾ ਹੋ ਚੱਲਿਆ, ਰੋਂਦੀ ਨੇ ਅਧਿਕਾਰ ਭਰਿਆ ਨਹੋਰਾ ਦਿੱਤਾ, ਸਾਨੂੰ ਕੀ ਪਤਾ ਚੱਲਦਾ? ਇਹ ਤਾਂ ਵੀਰਾ ਤੇ ਭਾਬੀ ਵੀ ਕੁਦਰਤੀ ਆਏ ਸੀ ਤੇਰਾ ਪਤਾ ਲੈਣ ਖਾਤਰ। ਮੈਨੂੰ ਤਾਂ ਉਹਨਾਂ ਤੋਂ ਪਤਾ ਲੱਗਿਆ। ਭੂਆ, ਫਿੱਟ ਲਾਹਨਤ ਹੈ ਸਾਡੇ ਤੇ ਜਿਹੜੀ ਇੰਨੀ ਵੱਡੀ ਬਿਪਤਾ 'ਚ ਤੇਰੇ ਕੰਮ ਨਾ ਆ ਸਕੇ। ਦਰਸ਼ਨ ਨਿਆਣਾ ਨਹੀਂ ਸੀ, ਬਾਹਰ ਅੰਦਰ ਤੁਰਿਆ ਫਿਰਦਾ ਬੰਦਾ ਸੀ। ਦਿੱਲੀ ਦੱਖਣ ਗਈ ਹੋਈ ਪ੍ਰੀਤੋ ਦੇ ਦੁੱਖ ਤੋਂ ਰਾਹਤ ਪਾਉਣ ਲਈ ਘੁੰਮਣ ਨਿਕਲ ਜਾਂਦਾ। ਦੂਰ ਦਰਾਡੇ ਤੱਕ ਦਾ ਭੇਤੀ ਸੀ। ਸਾਬੀ ਦੀਆਂ ਆਦਤਾਂ ਤੋਂ ਜਾਣੂ, ਭਾਵੇਂ ਉਹਦੀ ਸੁੱਖ ਲੋਚਦਾ ਸੀ, ਚੰਗਾ ਬਿਲਕੁਲ ਨਹੀਂ ਸੀ ਸਮਝਦਾ। ਉਸ ਅਨੁਸਾਰ ਅਜਿਹੇ ਪਾਪੀ ਬੰਦਿਆਂ ਦਾ ਹਸ਼ਰ ਅਖੀਰ 'ਚ ਚੰਗਾ ਨਹੀਂ ਹੁੰਦਾ। ਭੂਆ ਨੇ ਘਰ ਦੀ ਸਥਿਤੀ ਦੱਸ ਕੇ ਮੇਹਰ ਨੂੰ ਸਮਝਾਉਣ ਮਨਾਉਣ ਦੀ ਗੱਲ ਕਹੀ। ਦਰਸ਼ਨ ਮੇਹਰਗੁਲ ਨੂੰ ਕੀ ਆਖਦਾ? ਉਹਦੀ ਤਾਂ
ਆਮੋ ਸਾਹਮਣੇ ਜਾਣ ਪਛਾਣ ਹਾਲੇ ਹੁਣੇ ਹੋਈ ਸੀ। ਕਿਸ ਅਧਿਕਾਰ ਨਾਲ ਕਹਿੰਦਾ ਸੁਣਦਾ ਉਹਨੇ ਥੋੜੇ ਹੌਸਲੇ ਨਾਲ ਝਿਜਕ ਤੋੜੀ। ਮੇਰ ਨੂੰ ਭਾਬੀ ਕਿਹਾ। ਮੈਂ ਤੇਰੀ ਭਾਬੀ ਨਹੀਂ ਆ, ਉਹ ਤੇਰਾ ਵੀਰ ਹੈ, ਪਰ ਮੈਂ ਉਹਦੀ ਤੀਵੀਂ ਨਹੀਂ। ਮੇਰੇ ਬਾਪ ਦਾ, ਮੇਰੇ ਵੀਰ ਦਾ ਕਾਤਲ ਮੇਰਾ ਕੀ ਲੱਗਿਆ? ਜ਼ਬਰਦਸਤੀ ਮੇਰੀ ਇੱਜ਼ਤ ਲੁੱਟ ਕੇ ਆ ਨਵਾਂ ਪਾਪ ਮੇਰੇ ਗਲ ਮੜ ਗਿਆ। ਉਹ ਮੇਰਾ ਨਾ ਕੁਛ ਹੈ ਸੀ ਤੇ ਨਾ ਕੁਝ ਹੁਣ ਹੈ। ਮੇਰ ਦਾ ਬੋਲਦੀ ਦਾ ਸਾਹ ਚੜ ਗਿਆ। ਜੋ ਸਾਬੀ ਕਰਦਾ ਰਿਹਾ ਉਹਦੀ ਸਜ਼ਾ ਵੀ ਭੋਗ ਰਿਹਾ। ਬਿਲਕੁਲ ਚੰਗਾ ਨਹੀਂ ਹੈ। ਜੋ ਕੀਤਾ ਉਹ ਸਾਰੇ ਜੱਗ ਨੂੰ ਸ਼ਰਮਸਾਰ ਕਰਨ ਵਾਲਾ ਹੈ। ਇਸ ਘਰ ਲਈ ਮਿਹਣਾ ਹੈ। ਪਹਿਲਾਂ ਸਾਡਾ ਫੁੱਫੜ ਜਿਹਾ ਸੀ, ਹੁਣੇ ਸਾਬੀ। ਤੂੰ ਕੋਈ ਪਾਪ ਨਹੀਂ ਕੀਤਾ। ਆਉਣ ਵਾਲੇ ਜੀ ਦਾ ਕੀ ਕਸੂਰ? ਇਹਨੂੰ ਰਫਾ ਦਫਾ ਕਰਕੇ ਤੂੰ ਭਲਾ ਕਿਹੜਾ ਪੁੰਨ ਖੱਟੇਂਗੀ? ਆਪਣੀਆਂ ਆਂਦਰਾਂ ਵੱਢ ਕੇ ਜਿਉਂਦੀ ਕਿਵੇਂ ਰਹੇਂਗੀ? ਜ਼ਰਾ ਠੰਡੇ ਮਤੇ ਨਾਲ ਸੋਚ। ਜੇ ਬਾਹਰ ਧੱਕੇ ਖਾਣੇ ਨੇ ਤਾਂ ਇੱਥੇ ਕੀ ਮਾੜੇ ਨੇ? ਇੱਥੇ ਇੱਕ ਮਾਂ ਤਾਂ ਹੈ, ਕੋਈ ਨਵਾਂ ਜੀ ਵੀ ਹੋਏਗਾ ਜੋ ਤੈਨੂੰ ਮਾਂ ਆਖ ਕੇ ਬੁਲਾਇਆ ਕਰੇਗਾ। ਕਾਹਲੀ ਨਾ ਕਰ, ਸੋਚ ਲੈ। ਰੁਕਿਆ ਨਹੀਂ, ਅੱਗੇ ਹੋਰ ਕਿਹਾ, ਇਹ ਵੀ ਇੱਕ ਮਾਂ ਹੈ ਜਿਹਨੇ ਕੋਈ ਸੁੱਖ ਨਹੀਂ ਦੇਖਿਆ, ਵਿਚਾਰੀ ਮੁੱਢ ਤੋਂ ਹੀ ਦੁਖਿਆਰੀ। ਇਹਦਾ ਸਰਾਪ ਨਾ ਲੈ, ਬਣ ਜਾਏ ਇਹਦੀ ਇਸ ਘਰ ਦੀ। ਦਰਸ਼ਨ ਦੀਆਂ ਸੱਚੀਆਂ ਭਾਵੁਕ ਗੱਲਾਂ ਸੁਣ ਕੇ ਮੇਰ ਢੈਲੀ ਪੈ ਗਈ। ਚਾਹੇ ਉਹ ਤੇਰਾ ਕੁਛ ਨਹੀਂ, ਅਸੀਂ ਤਾਂ ਤੇਰੇ ਹਾਂ। ਤੂੰ ਯਕੀਨ ਰੱਖ, ਅਸੀਂ ਤੈਨੂੰ ਧੋਖਾ ਨਹੀਂ ਦੇਵਾਂਗੇ। ਘੱਟੋ ਘੱਟ ਮੈਂ ਤੇਰੇ ਨਾਲ ਆ। ਚਾਨਣ ਦੀ ਰੇਸ਼ਮ ਜੋ ਤੇਰੇ ਅੰਦਰ ਫੁੱਟੀ ਹੈ, ਇਹਨੂੰ ਜ਼ਾਹਰ ਹੋ ਲੈਣ ਦੇ। ਇਹ ਘਰ ਵੀ ਤੇਰਾ ਹੈ, ਇਹ ਚਾਨਣ ਵੀ ਤੇਰਾ ਹੈ। ਆਖਦਿਆਂ ਦਰਸ਼ਨ ਨੇ ਆਪਣੀ ਪੱਗ ਮੇਹਰ ਦੇ ਪੈਰਾਂ 'ਚ ਰੱਖਤੀ। ਮੇਹਰ ਕਿੰਨੀ ਦੇਰ ਦੁਚਿੱਤੀ 'ਚ ਨਾ ਨਿਕਲੀ। ਗੰਭੀਰ ਮੁਦਰਾ 'ਚ ਖੜੀ ਰਹੀ ਤੇ ਦਰਸ਼ਨ ਜਾਚਕ ਬਣਿਆ ਉਹਦੇ ਪੈਰਾਂ 'ਚ ਬੈਠਾ ਰਿਹਾ। ਮੇਹਰ ਨੇ ਸੋਚਾਂ ਤੋਂ ਖਹਿੜਾ ਛੁਡਾ ਕੇ ਦਰਸ਼ਨ ਨੂੰ ਦੋਹਾਂ ਹੱਥਾਂ ਨਾਲ ਖੜਾ ਕੀਤਾ। ਬੜੀ ਸਾਵਧਾਨੀ ਨਾਲ ਪੱਗ ਉਹਦੇ ਸਿਰ ਤੇ ਟਿਕਾ ਦਿੱਤੀ। ਕਿਹੋ ਜਿਹਾ ਮੁੰਡਾ ਹੈ ਜਿਹਦੀਆਂ ਗੱਲਾਂ ਖੰਡ ਮਿਸ਼ਰੀ ਵਾਂਗ ਦਿਲ ਅੰਦਰ ਘੁਲ ਗਈਆਂ। ਬਦੋ ਬਦੀ ਕੀਲ ਲਿਆ। ਕਿਵੇਂ ਉਪਰੀ ਕੁੜੀ ਨਾਲ ਵੱਡੀ ਭਾਬੀ ਵਾਲਾ ਰਿਸ਼ਤਾ ਗੰਢ ਲਿਆ। ਮੇਹਰ ਹੈਰਾਨ ਸੀ। ਦਰਸ਼ਨ ਕਈ ਦਿਨ ਸੁਲਤਾਨਪੁਰ ਰਿਹਾ। ਜਲਕੁਰ ਲਈ ਉਹ ਫਰਿਸ਼ਤਾ ਬਣ ਕੇ ਬੋੜਿਆ। ਮੇਹਰ ਲਈ ਸਿਆਣਾ ਰਾਹ ਦਸੇਰਾ, ਇਸ ਘਰ ਦਾ ਸੱਚਾ ਹਮਦਰਦ ਤੇ ਸ਼ੁਭ ਚਿੰਤਕ, ਜਿਸ ਉੱਪਰ ਮੇਹਰ ਮਾਣ ਕਰ ਸਕਦੀ ਸੀ ਤੇ ਭਰੋਸਾ ਵੀ। ਸਵੇਰੇ ਉੱਠ ਕੇ ਦਰਸ਼ਨ ਤਿਆਰ ਹੋ ਗਿਆ। ਭੂਆ ਦੇ ਨਾਲ ਨਾਲ ਮੇਹਰ ਦੇ ਪੈਰੀਂ ਹੱਥ ਲਾਏ। ਚੰਗਾ ਭਾਬੀ, ਹੁਣ ਚੱਲਦਾ। ਜੀ ਲਾ ਰਹੀ, ਤੇਰਾ ਘਰ ਹੈ, ਇਹਨੂੰ ਮੱਤਾ ਨਾ ਸਮਝੀ, ਸਗੋਂ ਸਾਡੀ ਭੂਆ ਦੇ ਘਰ ਪ੍ਰਤੀ ਸਾਡਾ ਮੋਹ ਭਰਿਆ ਤਰਲਾ ਸਮਝੀ। ਅਸੀਂ ਤਾ ਉਮਰ ਤੇਰੇ ਕਰਜ਼ਦਾਰ ਹੋਏ। ਦਰਸ਼ਨ ਚਲਾ ਗਿਆ। ਮੇਹਰ ਗੁਲ ਬਾਰ ਤੱਕ ਗਈ। ਦਰਸ਼ਨ ਨੂੰ ਦੂਰ ਜਾਂਦਿਆਂ ਨਿਹਾਰਦੀ ਰਹੀ, ਅੱਖਾਂ ਤੋਂ ਓਝਲ ਹੋ ਜਾਣ ਤੱਕ। ਇੰਨਾ ਹੱਕ ਜਮਾਉਣ ਵਾਲਾ ਇਹ ਮੁੰਡਾ ਭਲਾ ਮੇਰਾ ਕੌਣ ਹੈ? ਮੇਹਰ ਸੋਚ ਰਹੀ ਸੀ। ਮੇਹਰ ਦਾ ਗਰਭ ਹੁਣ ਗਰਭ 'ਚ ਬਦਲ ਰਿਹਾ ਸੀ। ਦੀਨ ਦੁਨੀਆ ਜਾਂ ਫਾਲਤੂ ਪਸੂੜੀਆਂ ਤੋਂ ਵੇਸਲੀ ਹੋ ਕੇ ਨਵੇਂ ਜੀ ਦਾ ਸਵਾਗਤ ਕਰਨ ਲਈ ਤਿਆਰ ਸੀ। ਇਸੇ ਕਾਰਨ ਜਲਕੁਰ ਤੇ ਮੇਹਰ ਦੀ ਸੱਥਰੀ ਕੁਝ ਜ਼ਿਆਦਾ ਪੈਣ ਲੱਗ ਗਈ। ਆਪਸੀ ਸਾਂਝ ਦਾ ਰਿਸ਼ਤਾ ਬਣ ਗਿਆ, ਪਰ ਇਸ ਰਿਸ਼ਤੇ 'ਚ ਸਾਹਬ ਦਾ ਨਾਂ ਨਾ ਲੈਣ ਦਿੰਦੀ। ਇਹਦਾ ਕੋਈ ਬਾਪ ਨਹੀਂ, ਇਹ ਮੇਰਾ ਹੈ, ਮੇਰਾ ਕੱਲੀ ਦਾ। ਜਲਕੁਰ ਦੇ ਦਿਲ ਉੱਪਰ ਸੱਟ ਤਾਂ ਵੱਜਦੀ, ਪਰ ਕੁਝ ਆਖ ਨਾ ਸਕਦੀ। ਉਹਨੂੰ ਚਾਅ ਸੀ ਕਿ ਮੇਹਰ ਉਹਨੂੰ ਸਾਬੀ ਤੋਂ ਵੱਧ ਪਿਆਰੀ ਸੁਗਾਤ ਦੇਣ ਵਾਲੀ ਹੈ। ਇਸੇ ਆਸ ਵਿੱਚ ਮੇਹਰ ਉਹਦੀ ਹੋਰ ਚਹੇਤੀ ਬਣ ਗਈ। ਸਮਾਂ ਪਾ ਕੇ ਘਰ 'ਚ ਨਵਾਂ ਜੀ ਆ ਰਲਿਆ, ਜਿਹਦਾ ਨਾਂ ਜੱਲੋ ਨੇ ਘਰ ਦਾ ਚਾਨਣ ਸਮਝ ਕੇ ਚੰਦ ਰੱਖ ਦਿੱਤਾ। ਨਿੱਕਾ ਚੰਚਲ ਚੰਦੂ ਘਰ ਲਈ ਸਾਂਝਾ ਦਾ ਮਾਧਿਅਮ ਬਣ ਕੇ ਆਇਆ। ਮੇਹਰ ਅੰਦਰ ਚੰਦੂ ਦਾ ਮੋਹ ਨਿਭਾਉਣ ਦੇ ਨਾਲ ਨਾਲ ਘਰ ਤੇ ਜੀਵਨ ਪ੍ਰਤੀ ਲਗਾਅ ਵਧਣ ਲੱਗ ਪਿਆ। ਉਦੋਂ ਕਿਉਂ ਨਾ ਆਇਆ ਵੈਰੀਆ, ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ। ਪਾਠ 9ਵਾਂ। ਦੁੱਖ ਤਾਂ ਦੁੱਖ ਹੁੰਦਾ ਹੈ, ਬੜਾ ਮੁਸ਼ਕਿਲ ਹੁੰਦਾ ਹੈ ਬਰਦਾਸ਼ਤ ਕਰਨਾ। ਮਰਿਆਂ ਦੇ ਦੁੱਖ ਸਾਰੀ ਉਮਰ ਦੇ ਰੋਣੇ ਹੁੰਦੇ ਹਨ, ਪਰ ਜਿਉਂਦਿਆਂ ਦੇ ਦੁੱਖ ਸਭ ਤੋਂ ਭਾਰੀ। ਅੱਖਾਂ ਸਾਹਮਣੇ ਕੁਰਲਾ ਰਿਹਾ ਬੰਦਾ ਦੇਖਣ ਵਾਲੇ ਦੀ ਵੀ ਜਾਨ ਕੱਢ ਲੈਂਦਾ। ਲਹੂ ਦੀ ਸਾਂਝ ਤੜਫਾ ਦਿੰਦੀ ਹੈ। ਦੋਹੇ ਭੈਣਾਂ ਦੀ ਜਾਨ ਇਸ ਗੱਲ ਤੇ ਅਟਕੀ ਹੋਈ ਸੀ ਕਿ ਰੱਬਾ ਕਰਾ ਕਿਤੇ ਮੇਲ। ਮਾਹੀ ਨੇ ਮੱਦੀ ਤੋਂ ਮੇਹਰ ਦਾ ਪਤਾ ਟਿਕਾਣਾ ਮਾਲੂਮ ਕਰ ਲਿਆ। ਸਾਬ ਸਿੰਘ ਸੀ ਮੱਦੀ ਹੋਰਾਂ ਦਾ ਸਰਦਾਰ, ਜਿਹੜਾ ਸੁਲਤਾਨਪੁਰ ਲੈ ਗਿਆ। ਮੇਹਰ ਦਾ ਹਾਲ ਜਾਣਨ ਲਈ ਬੇਚੈਨ ਸੀ। ਇੱਧਰ ਮਕਸਦ ਪੂਰਾ ਕਰਨਾ ਜ਼ਰੂਰੀ ਸੀ, ਇੱਧਰੋਂ ਕੰਮ ਨਿਬੜੇ ਤਾਂ ਭੈਣ ਨੂੰ ਮਿਲਣ ਜਾਵੇ। ਹਾਲ ਦੀ ਘੜੀ ਇੰਨੀ ਤਸੱਲੀ ਬਹੁਤ ਸੀ ਕਿ ਜਿਉਂਦੀ ਤਾਂ ਹੈ, ਚਾਹੇ ਕਿਸੇ ਹਾਲ 'ਚ ਹੈ। ਸਾਬੀ ਦੇ ਸੁਭਾਅ ਦੀ ਝਲਕ ਟਿੱਬੇ ਉੱਪਰ ਦੇਖ ਚੁੱਕੀ ਸੀ। ਕਿਵੇਂ ਉਹਨੇ ਜ਼ਾਲਮਾਨਾ ਆਵਾਜ਼ 'ਚ ਉਹਦੇ ਅੱਬਾ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ। ਨਿੱਕੇ ਬੱਚੇ ਨੂੰ ਮਾਰਨ ਵੇਲੇ ਭੋਰਾ ਰਹਿਮ ਨਹੀਂ ਸੀ ਆਇਆ। ਕਿਵੇਂ ਨੇਜ਼ੇ ਉੱਪਰ ਟੰਗ ਲਿਆ ਸੀ। ਜੇ ਬੰਦੇ ਪਾਸ ਤਰਸ ਕਿਤੇ, ਯਕੀਨਨ ਮੇਹਰ ਤੰਗ ਹੋਏਗੀ। ਉਸ ਵਾਂਗੂ ਵੀ ਨਰਕ ਦਾ ਕੀੜਾ ਬਣ ਕੇ ਜਿਉਰੀ ਹੋਏਗੀ। ਕਦੀ ਸਾਬ ਸਿੰਘ ਵੀ ਨਹੀਂ ਆਇਆ। ਹੋਰ ਸਾਰੇ ਜੁੰਡੀ ਦੇ ਯਾਰ ਮੱਦੀ ਪਾਸ ਗੇੜਾ ਮਾਰਦੇ। ਜੇ ਆਉਂਦਾ ਤਾਂ ਪੁੱਛ ਲੈਂਦੀ ਮੇਹਰ ਬਾਰੇ। ਉਂਝ ਇਹਨਾਂ ਮਰੀ ਦੇ ਜਾਣਿਆਂ ਕੋਲ ਵੇਲ ਕਿੱਥੇ ਸੀ।
ਲੁੱਟਾਂ ਖੋਹਾਂ ਕਰਨ ਤੋਂ। ਹੱਲਾ ਟਿਕਿਆ ਨਹੀਂ ਸੀ, ਜਿੰਨਾ ਲੁੱਟ ਸਕੋ ਲੁੱਟ ਲਓ। ਫਿਰ ਅਜਿਹਾ ਚੰਗਾ ਸਮਾਂ ਨਹੀਂ ਆਉਣਾ। ਇਸੇ ਲਾਲਚ ਹਲਸੂ ਕਰਦੇ ਫਿਰ ਰਹੇ ਸਨ। ਮਾਲ ਲਿਆਉਂਦੇ, ਧਰਤੀ 'ਚ ਟੋਆ ਪੁੱਟ ਕੇ ਦੱਬ ਦਿੰਦੇ, ਰੱਬ ਤੋਂ ਵੀ ਨਾ ਡਰਦੇ। ਮਾਹੀ ਮੱਦੀ ਦੀਆਂ ਸਾਰੀਆਂ ਹਰਕਤਾਂ ਦੀ ਨਿਗਰਾਨੀ ਕਰ ਲੈਂਦੀ। ਸਾਰਾ ਮਾਲ ਛਿਟੀਆਂ ਹੇਠਾਂ ਦੱਬਦਾ ਸੀ, ਜਾਣ ਬੁੱਝ ਕੇ ਅਣਜਾਣ ਬਣੀ ਰਹਿੰਦੀ। ਉਂਝ ਵੀ ਮੱਦੀ ਦਾ ਮਿਜਾਜ਼ ਹਮੇਸ਼ਾ ਸੱਤ ਅਸਮਾਨੀ ਚੜ੍ਹਿਆ ਰਹਿੰਦਾ। ਮਾਮੂਲੀ ਟੋਕ ਮਾਹੀ ਲਈ ਮਾਰ ਖਾਣ ਦਾ ਸਬੱਬ ਬਣ ਜਾਂਦੀ। ਥੋੜਾ ਅਮਨ ਹੋ ਚੱਲਿਆ, ਲੋਕ ਘਰਾਂ ਅੰਦਰੋਂ ਬਾਹਰ ਨਿਕਲਣ ਲੱਗ ਪਏ। ਸੌਣੀ ਦੀ ਸਮੇਟਾ ਸਮੇਟੀ ਕਰਨ ਖੇਤਾਂ ਵੱਲ ਜਾਂਦੇ। ਹਰ ਖੇਤ 'ਚ ਜੰਗਲ ਬੇਲੇ 'ਚ ਕੁੱਤਿਆਂ ਗਿਰਜਾਂ ਲੋਚੀਆਂ ਲਾਸ਼ਾਂ ਵਿਛੀਆਂ ਮਿਲਦੀਆਂ। ਕਿਸੇ ਦਾ ਸਿਰ, ਕਿਸੇ ਦੀ ਲੱਤ ਬਾਂਹ, ਗਲੇ ਸੜੇ ਹੱਡ, ਟੁੱਟੀਆਂ ਵੰਗਾਂ ਦੂਰ ਦੁਰਾਡੇ ਦੇ ਹਰ ਖੇਤ ਪੈਲੀ 'ਚੋਂ ਮਿਲ ਜਾਂਦੀਆਂ। ਕੁਝ ਸਿਆਣੇ ਲੋਕ ਉੱਥੇ ਡੂੰਘਾ ਟੋਆ ਦੱਬ ਦਿੰਦੇ, ਕੁਝ ਲੋਥ ਘੜੀਸ ਕੇ ਕਿਸੇ ਉਜਾੜ ਤੇ ਸੁੱਟ ਆਉਂਦੇ। ਇਉਂ ਇਹਨਾਂ ਮੋਇਆਂ ਦਾ ਕਿਰਿਆ ਕਰਮ ਹੋ ਜਾਂਦਾ। ਨਾ ਕੋਈ ਸਿਵਾ ਬਲਦਾ, ਨਾ ਕੋਈ ਫਾਤੀਆ ਪੜ੍ਹਿਆ ਜਾਂਦਾ। ਇੱਥੇ ਧਰਮ ਦਾ ਕੋਈ ਦਖਲ ਨਹੀਂ ਸੀ, ਨਾ ਕਿਸੇ ਜ਼ਾਤ ਮਜ਼ਹਬ ਦਾ ਡਰ ਹੁੰਦਾ। ਡਰ ਕੇਵਲ ਸਰਕਾਰੀ ਪੁਲਿਸ ਜਾਂ ਹਰਲ ਕਰਦੇ ਧਾੜਵੀਆਂ ਦਾ ਹੁੰਦਾ। ਪੁਨਰ ਵਸੇਬਾ ਮਹਿਕਮਾ ਕੇਵਲ ਜਿਉਂਦੇ ਮੁੜ ਆਇਆਂ ਦਾ ਹਿਸਾਬ ਰੱਖਦਾ ਸੀ। ਮਰਿਆਂ ਦੀਆਂ ਲਾਸ਼ਾਂ ਗਿਣਨ ਦਾ ਕੰਮ ਉਹਦੇ ਅਧੀਨ ਨਹੀਂ ਸੀ। ਮਾਹੀ ਬੇਚੈਨ ਸੀ। ਅਸਮਾਨ ਦੇ ਤਾਰੇ ਅੱਖਾਂ 'ਚ ਰੋੜਾਂ ਵਾਂਗ ਵੱਜ ਰਹੇ ਸਨ। ਬਾਹਰ ਕੁੱਤਿਆਂ ਦੇ ਰੋਣ ਦੀਆਂ ਆਵਾਜ਼ਾਂ ਡਰਾ ਰਹੀਆਂ ਸਨ। ਸਹਿਮ ਦੀ ਚੀਸ ਉੱਠੀ ਪਈ ਨਾ ਰਹਿ ਸਕੀ। ਉੱਠ ਕੇ ਪਾਣੀ ਪੀਤਾ। ਘਬਰਾਹਟ ਦੂਰ ਹੋਈ। ਸੋਚਿਆ ਜੇ ਉਹ ਮਰ ਕੇ ਜਿਉਣਾ ਤਾਂ ਪਹਿਲਾਂ ਮਰ ਜਾਂਦੀ। ਹਰ ਰੋਜ਼ ਦੇ ਬਲਾਤਕਾਰ ਦਾ ਭਾਰ ਲੈ ਕੇ ਤਾਂ ਨਾ ਮਰਦੀ। ਬਦਲਾ ਕੀ ਬਣਿਆ ਤੇਰੇ ਬਦਲੇ ਦਾ? ਇਰਾਦੇ ਨੇ ਜ਼ੋਰ ਫੜਿਆ। ਹੁਣ ਹੋਰ ਦੇਰੀ ਨਹੀਂ, ਮੌਕਾ ਆਪੇ ਨਹੀਂ ਆਉਣਾ। ਤਿਆਰ ਹੋ, ਸਮਾਂ ਤੇਰੇ ਬਰਾਬਰ ਦੌੜੇਗਾ। ਭੱਜ ਕੇ ਫੜ ਲੈ ਮੱਦੀ ਦੇ ਕਾਲ ਨੂੰ। ਮੱਦੀ ਨੂੰ ਆਉਂਦਿਆਂ ਦੇਖ ਮੰਜੀ ਤੇ ਲੇਟ ਗਈ। ਕਿਉਂ ਐਂ ਪਈਆਂ, ਕੋਈ ਔਖ ਹੈ? ਮੱਦੀ ਨੇ ਪੁੱਛਿਆ। ਸਾਰੀ ਰਾਤ ਦੀ ਢਿੱਡ ਪੀੜ ਹੋ ਰਹੀ ਹੈ। ਮਾਹੀ ਮੂੰਹੋਂ ਮੱਧਮ ਆਵਾਜ਼ ਨਿਕਲੀ। ਛਿਟੀਆਂ ਦੇ ਕੁੰਨੂ ਕੋਲ ਗਿਆ, ਉਂਜਲ ਭਰ ਲਿਆਇਆ ਰੁਪਈਏ 8 ਮਾਸਕੀਆਂ ਦਾ। ਇੱਕ ਵੱਡੇ ਕੁੱਜੇ 'ਚ ਢੇਰੀ ਕਰਦੇ। ਚੱਲ ਵੈਦ ਨੂੰ ਦਿਖਾਇਆ। ਮਾਹੀ ਉੱਠੀ, ਪੈਸਿਆਂ ਦਾ ਕੁੱਜਾ ਫੜ ਲਿਆ। ਕੁਛ ਰੁਪਏ ਕੁੜਤੀ ਦੇ ਗੀਜੇ 'ਚ ਪਾ ਕੇ, ਬਾਕੀ ਪੋਟਲੀ 'ਚ ਬੰਨ ਕੇ ਮੁੜ ਕੁੱਜੇ 'ਚ ਸਾਂਭ ਦਿੱਤੇ। ਮੱਦੀ ਮਾਹੀ ਨੂੰ ਵੈਦ ਦੀ ਕੁਟੀਆ ਦਿਖਾ ਕੇ ਮੁੜ ਗਈ। ਵੈਦ ਬਾਬਾ ਆਪਣੀ ਕੁਟੀਆ ਦੇ ਵਿੱਚ ਘਰ ਬਣਾਏ ਧੂਣੇ 'ਚ ਪਾਥੀਆਂ ਚਿਣ ਰਿਹਾ ਸੀ। 15-20 ਪਾਥੀਆਂ ਦੀ ਢੇਰੀ ਨੂੰ ਅੱਗ ਦਿਖਾ ਕੇ ਵਿਹਲਾ ਹੋਇਆ। ਹੱਥ 'ਚ ਟੀਨ ਦਾ ਡੱਬਾ ਸੀ। ਕੁਟੀਆ ਅੰਦਰ ਲਿੱਪੇ ਪੋਚੇ ਫਰਸ਼ ਉੱਤੇ ਵਿਛੀ ਘਾਹ ਦੀ ਚਟਾਈ ਤੇ ਬੈਠ ਗਿਆ। ਇਹ ਉਹਦਾ ਆਸਣ ਸੀ, ਜਿਸ ਉੱਪਰ ਬੈਠ ਕੇ ਮਰੀਜ਼ ਦੇਖਦਾ। ਆਸਣ ਸਾਹਮਣੇ ਛੋਟੇ ਪਾਵਿਆਂ ਵਾਲੀ ਲੱਕੜ ਦੀ ਚੌਂਕੀ ਰੱਖੀ ਸੀ, ਜਿਸ ਉੱਪਰ ਦਵਾਈਆਂ ਦੀਆਂ ਸ਼ੀਸ਼ੀਆਂ, ਡੱਬੇ ਤੇ ਰੱਦੀ ਕਾਗਜ਼ ਰੱਖੇ ਸਨ ਪੁੜੀਆਂ ਬਣਾਉਣ ਵਾਸਤੇ। ਉਹਨੇ ਮਰੀਜ਼ ਦੇਖਣੇ ਸ਼ੁਰੂ ਕੀਤੇ। ਇੱਕ ਮਾਈ ਆਸਣ ਕੋਲ ਪਏ ਪੀੜੀ ਵਰਗੇ ਕਾਨਿਆਂ ਦੇ ਮੂਹੜੇ ਉੱਪਰ ਬੈਠ ਗਈ। ਬਾਬੇ ਦੀ ਪੁਰਾਣੀ ਮਰੀਜ਼ ਲੱਗਦੀ ਸੀ। ਨਬਜ਼ ਦੇਖਦਾ। ਬੀਬੀ ਹੁਣ ਮੋੜਾ ਪਿਆ ਲੱਗਦਾ ਹੈ। ਹਾਂ ਬਾਬਾ ਜੀ, ਚਿੱਤ ਥੋੜਾ ਠੀਕ ਹੈ। ਹੁਣ ਘਾਉ ਮਾਊ ਜਿਹਾ ਘੱਟ ਹੁੰਦਾ ਅੱਗੇ ਨਾਲੋਂ। ਉਹ ਸਾਹਮਣੀ ਧੂਣੀ 'ਚ ਤੇਰੇ ਵਾਸਤੇ ਦਵਾਈ ਤਿਆਰ ਕਰ ਰਹੇ ਹਾਂ। ਬੜੀ ਮਿਹਨਤ ਕਰਨੀ ਪੈਂਦੀ ਹੈ ਇਹ ਦਵਾ ਬਣਾਉਣ 'ਚ। ਊਂ ਤਾਂ ਕੁਚਲਾ ਬੜੀ ਖਤਰਨਾਕ ਜ਼ਹਿਰ ਹੈ। ਜੇਕਰ ਇਹ ਸੰਦਰਲਾ ਸਫੈਦ ਰੰਗ ਦਾ ਬਰੀਕ ਜਿਹਾ ਪੱਤਾ ਕੋਈ ਖਾ ਲਵੇ, ਸਮਝੋ ਸੱਪ ਦਾ ਡੰਗਿਆ ਭਾਵੇਂ ਬਚ ਜੇ, ਕੁਚਲੇ ਦੇ ਜ਼ਹਿਰ ਤੋਂ ਨਹੀਂ। ਪਰ ਹਿਕਮਤ ਅਨੁਸਾਰ ਕੁਚਲੇ ਮਾਰ ਕੇ, ਸੁਆਹ ਬਣਾ ਕੇ, ਸੋਧ ਕੇ ਜਿਹੜੀ ਰਸਾਇਣ ਤਿਆਰ ਕੀਤੀ ਜਾਂਦੀ ਹੈ, ਉਹ ਕਈ ਰੋਗਾਂ ਲਈ ਅੰਮ੍ਰਿਤ ਦਾ ਕੰਮ ਕਰਦੀ ਹੈ। ਬਾਬਾ ਰੋਗੀ ਦੀ ਜਾਂਚ ਕਰਨ ਦੇ ਨਾਲ ਨਾਲ ਆਪਣੇ ਪ੍ਰਵੀਨ ਵੈਦ ਹੋਣ ਦਾ ਪ੍ਰਮਾਣ ਵੀ ਦੇਈ ਜਾ ਰਿਹਾ ਸੀ। ਮਾਹੀ ਸਾਰੀ ਵਾਰਤਾਲਾਪ ਧਿਆਨ ਨਾਲ ਸੁਣ ਸਮਝ ਰਹੀ ਸੀ। ਬਾਬਾ ਵਿਹਲਾ ਹੋਇਆ, ਉਹ ਵੀ ਮੂਹੜੇ ਤੇ ਜਾ ਬੈਠੀ। ਬਾਂਹ ਬਾਬੇ ਹੱਥ ਫੜਾਤੀ। ਨਬਜ਼ ਟੋਂਦਾ ਬਾਬਾ ਬੋਲਿਆ, ਕੋਈ ਰੋਗ ਤਾਂ ਲੱਗਦਾ ਨਹੀਂ? ਹਾਂ ਬਾਬਾ ਜੀ, ਪਰ ਰਾਤ ਢਿੱਡ 'ਚ ਦਰਦ ਉੱਠਿਆ ਬੜਾ ਤੇਜ਼, ਪੂਰੇ ਜ਼ੋਰਾਂ ਦਾ। ਖਾਧੇ ਪੀਤੇ ਦਾ ਵਕਾਰ ਹੋ ਜਾਂਦਾ ਹੈ, ਡਰੋ ਨਹੀਂ, ਠੀਕ ਹੋ ਜਾਓਗੇ, ਆਖ ਕੇ ਬਾਬਾ ਜੀ ਨੇ ਗਿਣ ਕੇ ਕੁਝ ਪੁੜੀਆਂ ਦਿੱਤੀਆਂ। ਸੁਬਾਹ ਸ਼ਾਮ ਇੱਕ ਪੁੜੀ ਬੇਹੇ ਪਾਣੀ ਨਾਲ। ਮਾਹੀ ਗਈ ਨਹੀਂ। ਬੀਬਾ ਹੋਰ ਕੁਝ ਪੁੱਛਣਾ? ਹਾਂ ਬਾਬਾ ਜੀ, ਚੰਗਾ ਥੋੜੀ ਦੇਰ ਬੈਠੋ, ਮੈਂ ਬਾਹਰ ਲਘੂ ਸ਼ੰਕਾ ਕਰ ਆਵਾਂ। ਬਾਬਾ ਬਾਹਰ ਗਿਆ। ਕਾਫੀ ਸਮਾਂ ਲੱਗ ਗਿਆ। ਮਾਹੀ ਦਾ ਦਾਅ ਲੱਗਾ। ਡੱਬੇ 'ਚੋਂ 4-5 ਕੁਚਲੇ ਕੱਢੇ ਤੇ ਸੁੱਥਣ ਦੇ ਬੰਨ ਅੰਦਰ ਸਿਉਂਤੀ ਚੋਰ ਜੇਬ ਦੇ ਹਵਾਲੇ ਕਰਤੇ। ਮਗਰੋਂ ਬਾਬਾ ਜੀ ਤੋਂ ਘਰ ਦੀ ਸੁੱਖ ਸਾਂਦ ਦਾ ਹੱਥ ਹੌਲਾ ਪਵਾ ਕੇ ਮੁੜ ਆਈ। ਮਾਹੀ ਨੇ ਅੱਜ ਮੁੱਦਤਾਂ ਬਾਅਦ ਮੱਦੀ ਦੇ ਜੇਲ੍ਹ ਕੋਠੜੀ ਤੋਂ ਬਾਹਰ ਖੁੱਲੀ ਹਵਾ 'ਚ ਪੈਰ ਧਰਿਆ। ਵੈਦ ਬਾਬੇ ਕੋਲੋਂ ਮੁੜਦੀ ਦੇ ਪੈਰ ਹੋਰ ਸੁਤੰਤਰਤਾ ਨਾਲ ਉੱਠਣ ਲੱਗੇ। ਘਰ ਦੀ ਸੁੱਖ ਸਾਂਦ ਦਾ ਹਥੌਲਾ ਜੋ ਪਵਾ ਆਈ ਸੀ। ਸਭ ਤੋਂ ਪਹਿਲਾਂ ਕੰਮ ਮੱਦੀ ਦੁਆਰਾ ਦਿੱਤੀ
ਭਾਨ ਸਾਂਭਣ ਦਾ ਕੀਤਾ। ਕੋਠੜੀ ਦੇ ਖੂੰਜੇ ਅੰਦਰ ਟੋਆ ਪੁੱਟ ਕੇ ਸਾਰੇ ਪੈਸੇ ਦੱਬ ਦਿੱਤੇ। ਫਿਰ ਬੜੇ ਆਰਾਮ ਨਾਲ ਖਾਲੀ ਕੁੱਜਾ ਲੱਭ ਲਿਆ, ਪਾਣੀ ਪਾ ਕੇ ਵਿੱਚ ਕੁਚਲੇ ਸੁੱਟ ਕੇ ਚੱਪਣੀ ਨਾਲ ਢੱਕ ਦਿੱਤਾ। ਕਈ ਦਿਨ ਦਾ ਨਾ ਲੱਗਿਆ। ਮੱਦੀ ਦੇਰ ਰਾਤ ਗਏ ਆਇਆ, ਸ਼ਰਾਬੀ ਨਹੀਂ ਸੀ, ਸ਼ਾਇਦ ਕੋਈ ਮਾਰ ਨਹੀਂ ਮਿਲੀ ਹੋਣੀ। ਵਣ ਦੀ ਖੋੜ 'ਚ ਦਾਰੂ ਦਾ ਬਲੈਡਰ ਕੱਢਿਆ, ਰੂੜੀ ਮਾਰਕਾ ਦਾਰੂ ਦੀ ਬਾਟੀ ਭਰ ਕੇ ਬਲੈਡਰ ਦੀ ਟੂਟੀ ਬੰਨ੍ਹ ਕੇ ਉਸੇ ਖੱਡ 'ਚ ਸਾਂਭਤਾ। ਮਾਹੀ, ਇੱਥੋਂ ਥੋੜਾ ਪਾਣੀ ਤੇ ਕੌਲੀ ਤਾਂ ਲਿਆ। ਮਾਹੀ ਨੂੰ ਹਾਕ ਮਾਰੀ। ਖੜ ਜਾ, ਲਿਆਉਣੀ ਆ। ਮੇਰੇ ਆਟੇ 'ਚ ਹੱਥ ਲਿਬੜੇ ਨੇ, ਥੋੜਾ ਸਸਤਾ ਰੱਖ। ਕੁੱਜੇ 'ਚ ਪਏ ਕੁਚਲੇ ਮਲ ਕੇ ਪਾਣੀ ਨਿਤਾਰ ਕੇ ਗੜਬੀ 'ਚ ਪਾ ਲਿਆ। ਕੁਛ ਹੋਰ ਪਾਣੀ ਪਾ ਕੇ ਗੜਬੀ ਮੱਦੀ ਕੋਲ ਰੱਖ ਆਈ। ਇੱਕ ਕੌਲੀ ਨਮਕ ਤੇ ਦੂਜੀ ਖਾਲੀ ਕੌਲੀ ਵੀ ਰੱਖਤੀ। ਮੱਦੀ ਨੂੰ ਦਾਰੂ ਦੀ ਤਲਬ ਨੇ ਔਖਾ ਕਰ ਰੱਖਿਆ ਸੀ। ਉਹਨੇ ਬੇਸਬਰਾ ਹੋ ਕੇ 2-3 ਹਾੜਿਆਂ 'ਚ ਬਾਟੀ ਤੇ ਗੜਬੀ ਖਾਲੀ ਕਰਤੀਆਂ। ਥੋੜੀ ਦੇਰ ਬਾਅਦ ਬਣ ਥੱਲੇ ਢਹਿ ਢੇਰੀ ਹੋ ਗਿਆ। ਬਾਬੇ ਦਾ ਨੁਸਖਾ ਕੰਮ ਕਰ ਗਿਆ। ਮਾਹੀ ਦੇ ਮੂੰਹ ਤੇ ਵਹਿਸ਼ੀਆਨਾ ਮੁਸਕਰਾਹਟ ਥਿਰਕੀ ਤੇ ਅੱਖਾਂ ਸਾਹਮਣੇ ਲੱਲੂ ਵਾਲੇ ਟਿੱਬੇ ਦਾ ਖੌਫਨਾਕ ਮੰਜ਼ਰ ਸੱਜਰਾ ਹੋ ਆਇਆ। ਥੋੜਾ ਥਿੜਕੀ ਜ਼ਰੂਰ, ਪਰ ਆਪਣੇ ਕੀਤੇ ਦਾ ਖੁਰਾ ਖੋਜ ਮਿਟਾਉਣਾ ਜ਼ਰੂਰੀ ਸੀ। ਪੂਰੀ ਸਾਵਧਾਨੀ ਤੇ ਹਾਜ਼ਰ ਦਿਮਾਗੀ ਨਾਲ ਬਾਕੀ ਬਚਦੇ ਕੰਮ ਸਮੇਟਣ 'ਚ ਲੱਗ ਗਈ। ਬੜੇ ਆਰਾਮ ਨਾਲ ਗੜਵੀ ਮਾਨ ਸਵਾਰ ਕੇ ਥੋੜਾ ਸਾਫ਼ ਪਾਣੀ ਪਾ ਕੇ ਰੱਖਤਾ। ਅੱਧ ਮੈਲਾ ਜਿਹਾ ਖੇਸ ਉਗੜਾ ਦੁਗੜਾ ਕਰਕੇ ਗੋਡੇ ਇਕੱਠੇ ਕਰਕੇ ਪਈ ਮੱਦੀ ਦੀ ਲੋਥ ਉੱਪਰ ਪਾਤਾ। ਦੇਖਣ ਵਾਲੇ ਨੂੰ ਲੱਗੇ ਵੀ ਇਹ ਮੱਘਰ ਮਹੀਨੇ ਦੀ ਠੰਡ ਤੇ ਪਹਿਲੇ ਤੋੜ ਦੀ ਦਾਰੂ ਨੇ ਲੈ ਲਿਆ ਹੋਵੇ। ਚੁੱਲ੍ਹੇ 'ਚ ਮੱਚਦੀ ਅੱਗ ਆਪਣੇ ਆਪ ਬੁਝ ਗਈ। ਉੱਪਰ ਤਪਲੇ 'ਚ ਰੱਖੀ ਦਾਲ ਹੇਠਾਂ ਲੱਗ ਕੇ ਮੱਚ ਗਈ। ਕੋਈ ਫਿਕਰ ਨਹੀਂ ਸੀ। ਕੁੱਜੇ 'ਚੋਂ ਬਚਿਆ ਖਚਿਆ ਕੁਚਲਿਆਂ ਵਾਲਾ ਪਾਣੀ ਬਲੈਡਰ 'ਚ ਪਾਇਆ। ਦਾਰੂ ਮੁੜ ਬਣਦੀ ਖੱਡ ਦੇ ਰੱਖਣੇ 'ਚ ਟਕਾਤੀ। ਕੁਚਲਿਆਂ ਦੀ ਰਹਿੰਦ ਖੂੰਦ ਗੁਆਂਢੀਆਂ ਦੀ ਰੂੜੀ 'ਚ ਦੱਬਤੀ। ਖਾਲੀ ਕੁੱਜਾ ਠੀਕਰੀ ਠੀਕਰੀ ਕਰਕੇ ਰੂੜੀ ਤੇ ਖਿਲਾਰਤਾ। ਅੰਦਰ ਆ ਕੇ ਹਾਬੜਿਆਂ ਵਾਂਗ ਰੱਜ ਕੇ ਪਾਣੀ ਪੀਤਾ। ਚੈਨ ਲੈਣ ਲਈ ਚੁੱਲ੍ਹੇ ਪਾਸ ਬੈਠ ਗਈ। ਸਾਰੇ ਕੰਮ ਇਉਂ ਨਿਪਟਾਏ ਜਿਵੇਂ ਕੁਝ ਹੋਇਆ ਹੀ ਨਹੀਂ ਸੀ। ਉਹ ਆਪਣੇ ਆਪ ਉੱਪਰ ਹੈਰਾਨ ਸੀ ਕਿ ਔਰਤ ਜ਼ਾਤ ਹੋ ਕੇ ਉਹਨੇ ਮੱਦੀ ਦਾ ਜਨਾਜ਼ਾ ਉੱਠਦਾ ਕਿਵੇਂ ਕਰਤਾ। ਬਹਿਰਹਾਲ ਮੱਦੀ ਮਰ ਚੁੱਕਾ ਸੀ। ਉਸ ਖਾਤਰ ਰੋਣ ਵਾਲਾ ਕੋਈ ਸ਼ਾਇਦ ਹੀ ਹੋਵੇ। ਘੱਟੋ ਘੱਟ ਮਾਹੀ ਨੇ ਤਾਂ ਆਪਣੀ ਠਹਿਰ ਦੌਰਾਨ ਕੋਈ ਸਾਕ ਸੰਬੰਧੀ ਆਉਂਦਾ ਜਾਂਦਾ ਨਹੀਂ ਦੇਖਿਆ। ਮਾਹੀ ਨੇ ਤਾਂ ਕਿਉਂ ਰੋਣਾ ਸੀ? ਉਹਦਾ ਕੌਣ ਸੀ ਸਿਵਾਏ ਦੁਸ਼ਮਣ ਦੇ? ਸਵੇਰੇ ਪਿੰਡ 'ਚ ਘੁਸਰ ਮੁਸਰ ਹੋਣ ਲੱਗੀ। ਖਬਰ ਪੱਕੀ ਜਾਣ ਕੇ ਪੱਦੀ ਸਰਪੰਚ ਆਇਆ। ਹੌਲੀ ਹੌਲੀ ਖਾਸਾ ਮਜ਼ਮਾ ਲੱਗ ਗਿਆ। ਦੁਪਹਿਰ ਤੱਕ ਲੰਬੇ ਫਰਲੇ ਵਾਲਾ ਮੁਛੈਲ ਥਾਣੇਦਾਰ 2 ਸਿਪਾਹੀਆਂ ਨਾਲ ਆ ਧਮਕਿਆ। ਨਾਲ ਤਾਰੂ ਵੀ ਸੀ। ਉਸੇ ਬਣ ਹੇਠਾਂ ਕਚਹਿਰੀ ਲੱਗੀ। ਅੱਕ ਢੱਕਦੀ ਮੈਂ ਗੱਡੀ ਬਣਾਈ, ਬੈਲ ਜੁੜਾਏ 2 ਡੱਡੂ, ਰਾਜੇ ਸਹੁਰੇ ਨੇ 2 ਬੈਲ ਚੁਰਾਏ, ਇੱਥੇ ਝਗੜਾ ਲੱਗੂ। ਮੁਕੱਦਮੇ ਦਾ ਸਿਰ ਪੈਰ ਬਣਨ ਲੱਗਿਆ। ਪੇਤਲੀ ਨਿਗਾਹ ਤੋਂ ਕੁਦਰਤੀ ਮੌਤ ਲੱਗਦੀ ਸੀ। ਦਾਰੂ ਭਾਂਡੇ ਤੇ ਹੋਰ ਹਾਲਤ ਦਾ ਮੁਆਇਨਾ ਕਰਨ ਬਾਅਦ ਦਾਰੂ ਤੇ ਠੰਡ ਦਾ ਮਾਮਲਾ ਲੱਗਿਆ। ਫਿਰ ਪੁਲਿਸ ਕੀ ਹੋਈ ਜੇ ਮਾਮਲਾ ਇਉਂ ਠੰਡੇ ਬਸਤੇ ਪਾ ਦੇਵੇ? ਕੋਈ ਹੋਰ ਘਰ ਹੈ ਨਹੀਂ, ਕਤਲ ਸਾਹਮਣੇ ਪਿਆ, ਕੋਈ ਆਇਆ ਗਿਆ ਨਹੀਂ। ਫਿਰ ਕਤਲ ਕਿਹਨੇ ਕਰਤਾ? ਥਾਣੇਦਾਰ ਨੇ ਆਪਣਾ ਸਿੱਟਾ ਕੱਢ ਕੇ ਮਾਹੀ ਨੂੰ ਗ੍ਰਿਫਤਾਰ ਕਰ ਲਿਆ। ਪੱਦੀ ਸਰਪੰਚ ਹੋਰਾਂ ਤੇ ਤਾਰੂ ਦੀ ਗਵਾਹੀ ਪਵਾ ਕੇ ਕੁਝ ਕਾਗਜ਼ ਕਾਲੇ ਕਰ ਲਏ। ਮਾਹੀ ਨੇ ਖਰਚੇ ਲਈ ਰੱਖੇ 2-4 ਸਿੱਕਿਆਂ ਨੂੰ ਆਪਣੇ ਗਿੱਜੇ 'ਚ ਪਾ ਲੈਣ ਦਾ ਯਤਨ ਕੀਤਾ। ਗੋਡਿਆਂ ਤੱਕ ਖਾਕੀ ਨਿੱਕਰ ਤੇ ਡੰਡਾਧਾਰੀ ਸਿਪਾਹੀ ਨੇ ਪਹਿਲਾਂ ਹੀ ਹੱਥੋਂ ਝਪਟ ਲਏ। ਆਖੇ ਜਿਮਨੀ ਬੰਨਣ ਵੇਲੇ ਕੰਮ ਆਉਣਗੇ। ਮਾਹੀ ਨੂੰ ਨਰੜ ਜ਼ਰੂਰ ਲਿਆ ਸੀ। ਮਾਹੀ ਨੇ ਕਿਸੇ ਕੀਮਤ ਤੇ ਨਾ ਮੰਨਣਾ ਸੀ ਤੇ ਨਾ ਮੰਨੀ। ਕੋਠੜੀ ਤੇ ਬਾਹਰਲੇ ਬਾਰ ਉੱਤੇ ਸਰਕਾਰੀ ਜੰਦਾ ਲੱਗ ਗਿਆ। ਜੇਲ੍ਹ ਵੱਲ ਜਾਂਦੀ ਮਾਹੀ ਖਾਨਮ ਸੋਚ ਰਹੀ ਸੀ, ਮੇਰੇ ਬਾਪ ਤੇ ਵੀਰ ਦੇ ਨਿਰਦੋਸ਼ੀ ਕਤਲ ਵੇਲੇ, ਸਾਡੇ ਭੈਣਾਂ ਦੇ ਜਬਰੀ ਉਧਾਲੇ ਵੇਲੇ, ਭੁੱਖੇ ਬੁਗਿਆੜਾਂ ਤੋਂ ਬੇਵਸ ਔਰਤਾਂ ਦਾ ਠੰਡਾ ਮਾਸ ਚੁੰਡਣ ਤੋਂ ਬਚਾਉਣ ਸਮੇਂ ਇਹ ਪੁਲਿਸ ਤੇ ਚੌਧਰੀ ਕਿੱਥੇ ਸਨ? ਅੱਜ ਕਾਨੂੰਨ ਟੁੱਟਿਆ ਦਿਸ ਪਿਆ। ਉਦੋਂ ਕਾਨੂੰਨ ਦੇ ਰਖਵਾਲੇ ਮਜ਼ਲੂਮਾਂ ਦੀ ਅਸਮਤ ਦੇ ਰਖਵਾਲੇ ਕਿਉਂ ਨਾ ਬਣੇ? ਜਿਉਂ ਦਾ ਤਿਉਂ ਖੜਾ ਪ੍ਰਸ਼ਨ ਸਮੇਂ ਤੋਂ ਉੱਤਰ ਦੀ ਮੰਗ ਕਰ ਰਿਹਾ ਸੀ। ਰੇਰੂ ਵੱਢ ਕੇ ਬਣਾਤੇ ਮੁੱਛੇ, ਸਿਵਿਆਂ 'ਚ ਬਾਲਣ ਨੂੰ। ਪਾਠ 10ਵਾਂ। ਮਨੁੱਖ ਦਾ ਕੋਈ ਕੰਮ ਉਸ ਸਮੇਂ ਤੱਕ ਮਾੜਾ ਜਾਂ ਚੰਗਾ ਨਹੀਂ ਹੋ ਜਾਂਦਾ ਜਦੋਂ ਤੀਕਰ ਕੀਤੇ ਕੰਮ ਦੀ ਪਿੱਠ ਭੂਮੀ ਦੀ ਜਾਂਚ ਨਾ ਕਰ ਲਈ ਜਾਏ। ਕੀ ਕੰਮ ਕਰਨ ਵਾਲੇ ਨੇ ਸਮਾਜ ਦੇ ਕਿਸੇ ਕੋਝ ਨੂੰ ਦੁਰਕਾਰਦੇ ਹੋਏ ਆਤੰਕ ਪੈਦਾ ਕਰਨ ਵਾਲੇ ਦਾ ਜੂੜ ਵੱਢਿਆ? ਫੇਰ ਭਾਵੇਂ ਕਿਸੇ ਮਨੁੱਖ ਦਾ ਕਤਲ ਹੋਵੇ, ਲੋਕਾਂ ਵਾਸਤੇ ਚੰਗਾ ਤੇ ਸੁਖਕਾਰੀ ਕਦਮ ਮੰਨਿਆ ਜਾਂਦਾ ਹੈ। ਸਭ ਨੂੰ ਯਕੀਨ ਸੀ ਮੱਦੀ ਦਾ ਖੂਨ ਮਾਹੀ ਨੇ ਨਹੀਂ ਕੀਤਾ। ਮੰਨ ਲਓ ਜੇਕਰ ਕਰ ਵੀ ਦਿੱਤਾ ਤਾਂ ਕੁਝ ਬੁਰਾ ਨਹੀਂ ਕੀਤਾ। ਪਾਪ ਨੂੰ ਸਜ਼ਾ ਪਾਪ ਨਾਲ ਹੀ ਦਿੱਤੀ ਜਾ ਸਕਦੀ ਹੈ, ਦੋਸਤੀ ਕਰਕੇ ਨਹੀਂ। ਮਾਹੀ ਨੂੰ ਆਪਣੇ ਕੀਤੇ ਉੱਤੇ ਰੱਤੀ ਪਰ ਪਛਤਾਵਾ ਨਹੀਂ ਸੀ। ਜੇਲ੍ਹ ਜਾਣਾ ਮੱਦੀ ਹੋਰਾਂ ਦੀ ਤਸੀਹੇਕਾਰੀ ਜੇਲ੍ਹ ਨਾਲੋਂ 100 ਗੁਣਾ ਚੰਗਾ ਸੀ।
ਉਹਨੂੰ ਇਹ ਵੀ ਯਕੀਨ ਸੀ ਕਿ ਜਿਸ ਤਿਆਰੀ ਤੇ ਸਾਵਧਾਨੀ ਨਾਲ ਉਹਨੇ ਕੰਮ ਨੂੰ ਅੰਜਾਮ ਦਿੱਤਾ, ਥਾਣੇਦਾਰ ਚਾਹੇ ਜੋ ਮਰਜ਼ੀ ਧਾਰਾ ਲਾ ਦੇਵੇ, ਅਦਾਲਤ ਕੋਈ ਸਜ਼ਾ ਨਹੀਂ ਦੇ ਸਕਦੀ। ਜੱਜ ਨੇ ਪੁੱਛਿਆ, ਤੇਰਾ ਕੋਈ ਵਕੀਲ ਹੈ? ਮੇਰਾ ਕੋਈ ਵਕੀਲ ਨਹੀਂ ਸਾਹਿਬ, ਆਪਣੇ ਮੁਕੱਦਮੇ ਉੱਪਰ ਮੈਂ ਆਪ ਝਗੜਾਂਗੀ। ਜੱਜ ਕੁੜੀ ਦੇ ਹੌਸਲੇ ਤੋਂ ਪ੍ਰਭਾਵਿਤ ਹੋਇਆ। ਤੂੰ ਕਤਲ 'ਚ ਆਪਣਾ ਕਸੂਰ ਮੰਨਦੀ ਹੈ? ਨਹੀਂ ਸਾਹਿਬ, ਮੈਂ ਖੂਨ ਕਿਉਂ ਕਰਦੀ? ਮੱਦੀ ਆਪਣੀ ਮੌਤ ਆਪ ਮਰਿਆ। ਸ਼ਰਾਬੀ, ਕਬਾਬੀ, ਵੈਲੀ, ਬਦਮਾਸ਼, ਲੁੱਚਾ, ਲਫੰਗਾ ਜੇ ਮਰ ਗਿਆ ਤਾਂ ਕਿਹੜਾ ਜੱਗ ਸੁੰਨਾ ਹੋ ਚੱਲਿਆ? ਦੂਜਿਆਂ ਨੂੰ ਕੀੜੇ ਮਕੌੜੇ ਸਮਝਣ ਵਾਲਾ ਬੰਦਾ ਕਿਸੇ ਹਮਦਰਦੀ ਦਾ ਪਾਤਰ ਨਹੀਂ ਹੁੰਦਾ। ਉਹਦੇ ਮਰਨ ਤੇ ਜਿਵੇਂ ਦੂਸਰੇ ਲੋਕ ਖੁਸ਼ ਹਨ, ਉਵੇਂ ਮੈਂ ਵੀ ਖੁਸ਼ ਹਾਂ। ਹਰ ਰੋਜ਼ ਦੇ ਬਲਾਤਕਾਰ ਕੌਣ ਝੱਲਦਾ? ਚੰਗਾ ਹੋਇਆ ਰੋਜ਼ ਦੀ ਕਚ ਮੁੱਕੀ ਪਰਾਂ। ਮੈਂ ਮਾਰਨਾ ਹੁੰਦਾ ਉਸੇ ਦਿਨ ਮਾਰ ਦਿੰਦੀ ਜਿਸ ਦਿਨ ਮੇਰੇ ਬਾਪੂ ਤੇ ਨਿੱਕੇ ਵੀਰ ਦਾ ਸਾਡੀਆਂ ਅੱਖਾਂ ਸਾਹਮਣੇ ਕਤਲ ਕਰਕੇ ਮੈਨੂੰ ਜ਼ਬਰਦਸਤੀ ਚੁੱਕ ਲਿਆਇਆ ਸੀ। ਜੱਜ ਸਾਹਿਬ, ਮੈਂ ਕੀ ਹੱਡਬੀਤੀ ਦੱਸਾਂ? ਇਹਨਾਂ ਕੁੱਤਿਆਂ ਨੇ 3 ਮਹੀਨਿਆਂ ਤੋਂ ਉੱਪਰ ਜਿਸ ਬੇਰਹਿਮੀ ਨਾਲ ਮੇਰਾ ਜਿਸਮ ਨੋਚਿਆ, ਉਹ ਮੈਂ ਜਾਣਦੀ ਹਾਂ ਜਾਂ ਮੇਰਾ ਰੱਬ। ਪੁੱਛ ਲਓ ਇਸ ਤਾਰੂ ਤੋਂ, ਜਿਹਨੇ ਕਿੰਨੀ ਵਾਰ ਮੇਰੇ ਨਾਲ ਖੇ ਖਾਧੀ ਹੈ, ਜਿਹੜਾ ਆਪਣੀਆਂ ਭੂਰੀਆਂ ਮੁੱਛਾਂ ਨੂੰ ਵਟਾ ਦਿੰਦਾ ਮੇਰੇ ਖਿਲਾਫ ਗਵਾਹੀ ਦੇਣ ਆਇਆ। ਸਾਹਿਬ ਜੀ, ਜੇ ਮੇਰੀ ਗੱਲ 'ਚ ਰੱਤੀ ਭਰ ਵੀ ਝੂਠ ਨਿਕਲੇ ਤਾਂ ਬੇਸ਼ੱਕ ਮੈਨੂੰ ਫਾਹੇ ਲਾ ਦਿਓ। ਮੇਰਾ ਇੱਥੇ ਕੁਝ ਨਹੀਂ ਰਿਹਾ, ਮੈਂ ਹੋਰ ਜਿਉਂ ਕੇ ਲੈਣਾ ਵੀ ਕੀ ਹੈ? ਮਾਹੀ ਨੇ ਆਪਣੇ ਪੱਖ 'ਚ ਵਕਾਲਤ ਕਰਦੇ ਹੋਏ ਲੰਬੀਆਂ ਜਜ਼ਬਾਤੀ ਦਲੀਲਾਂ ਦਿੱਤੀਆਂ। ਜੇਲ੍ਹ ਵਿਚਲਾ ਸਮਾਂ ਸਗੋਂ ਸ਼ਾਂਤਮਈ ਲੰਘਿਆ। ਦੂਜੀਆਂ ਕੈਦਨਾਂ ਤੋਂ ਦੂਰੀ ਬਣਾ ਕੇ ਰਹਿਣਾ ਪੈਂਦਾ ਹੈ। ਭਾਵੇਂ ਕੋਈ ਦੋਸ਼ੀ ਹੋਵੇ ਜਾਂ ਬੇਦੋਸ਼ੀ, ਸਮਝਿਆ ਸਭਨਾਂ ਨੂੰ ਭਿਆਨਕ ਬਦਮਾਸ਼ ਹੀ ਜਾਂਦਾ ਹੈ। ਜੇਲ੍ਹ ਦੇ ਮੁਲਾਜ਼ਮ ਤੀਵੀਆਂ ਤੋਂ ਗੁਲਾਮਾਂ ਵਾਂਗ ਕੰਮ ਲੈਂਦੇ, ਔਰਤ ਨੂੰ ਵਰਤਣ ਵਾਲੀ ਵਸਤੂ ਸਮਝਦੇ। ਜਿਹੜੀ ਸ਼ਰੀਫ ਹੁੰਦੀ ਕਾਬੂ ਆ ਜਾਂਦੀ ਤੇ ਜਿਹੜੀ ਅੱਗੋਂ ਅੱਖਾਂ ਕੱਢ ਲੈਂਦੀ ਉਸ ਨਾਲ ਪੰਗਾ ਨਾ ਪਾਉਂਦੇ। ਇੱਥੇ ਮਾਹੀ ਦੂਜੀ ਸ਼੍ਰੇਣੀ ਦੀਆਂ ਕੈਦਨਾਂ ਦੀ ਮੋਹਰੀ ਬਣੀ ਸੀ। ਕੌੜੀਆਂ ਕਸੈਲੀਆਂ ਯਾਦਾਂ ਦੇ ਸਹਾਰੇ ਸਮਾਂ ਲੰਘ ਰਿਹਾ ਸੀ। ਮੇਰਗੁਲ ਦਾ ਹਾਲ ਜਾਣਨ ਦੀ ਇੱਛਾ ਜ਼ੋਰ ਫੜਦੀ। ਕੈਦ 'ਚੋਂ ਛੁੱਟਣ ਤੋਂ ਬਾਅਦ ਆਉਣ ਵਾਲੇ ਸਮੇਂ ਬਾਰੇ ਸੋਚਦੀ। ਜੇਲ੍ਹ ਦੀ ਉੱਚੀ ਪਥਰੀਲੀ ਚਾਰਦੀਵਾਰੀ ਅੰਦਰ ਸੁਪਨੇ ਵੀ ਕੈਦ ਸਨ। ਸ਼ਾਇਦ ਬਾਹਰਲੀ ਖੁੱਲੀ ਹਵਾ 'ਚ ਸੁਪਨੇ ਉੱਡਣਾ ਸਿੱਖ ਲੈਣ। ਮੁਕੱਦਮੇ ਦੀ ਕਾਰਵਾਈ ਦੌਰਾਨ ਉਹਨੂੰ ਹੱਥਕੜੀਆਂ ਲਗਾ ਕੇ ਅਦਾਲਤ 'ਚ ਪੇਸ਼ ਕੀਤਾ ਜਾਂਦਾ। ਸ਼ੇਰਨੀ ਵਾਂਗ ਬੇਫਿਕਰੀ ਚਾਲ ਨਾਲ ਤੁਰਦੀ ਜੱਜ ਸਾਹਮਣੇ ਜਾ ਖੜਦੀ। ਜੱਜ ਸਾਹਿਬ ਜੀ, ਮੁਕਾਓ ਗੱਲ ਨੂੰ, ਐਸ ਪਾਰ ਕਰੋ ਜਾਂ ਉਸ ਪਾਰ ਕਰੋ, ਪਰ ਬੇਨਤੀ ਹੈ ਜੀ ਵਿੱਚ ਵਿਚਾਲੇ ਦੀ ਸਜ਼ਾ ਨਾ ਦੇਣਾ, ਜਾਂ ਬਰੀ ਜਾਂ ਗੋਲੀ ਦਾ ਹੁਕਮ ਸੁਣਾਉਣਾ ਸਰਕਾਰ। 1.5 ਕੁ ਸਾਲ ਮੁਕੱਦਮਾ ਚੱਲਿਆ। ਤਾਰੂ ਦੀ ਗਵਾਹੀ ਕੋਈ ਕੰਮ ਨਾ ਆਈ। ਸਰਕਾਰੀ ਵਕੀਲ ਵਿਚਾਰਾ ਕਾਹਦੀ ਜ਼ਿਰਾ ਕਰਦਾ। ਅਖੀਰ ਜੱਜ ਨੇ ਕਿਹਾ, ਵਕੀਲ ਸਾਹਿਬ, ਹੁਣ ਇਸ ਕੇਸ 'ਚੋਂ ਕੀ ਕੱਢਣਾ ਪਾਉਣਾ ਹੈ? ਕਾਨੂੰਨ ਮੁਤਾਬਕ ਤੁਹਾਡੇ ਹੱਥ ਪੱਲੇ ਵੀ ਕੁਝ ਨਹੀਂ ਦਿਸਦਾ। ਚਲੋ ਮੁਕੱਦਮਾ ਖਾਰਿਜ ਤੇ ਕੈਦਣ ਆਜ਼ਾਦ। ਆਜ਼ਾਦ ਹੋ ਕੇ ਕਿੱਥੇ ਜਾਵਾਂਗੀ ਸਾਹਿਬ? ਮੇਰਾ ਕੋਈ ਘਰਦਾਰ ਤਾਂ ਹੈ ਨਹੀਂ। ਮੱਦੀ ਦਾ ਘਰ ਤੇਰਾ ਹੀ ਹੈ, ਮਾਲਕ ਹੈ ਤੂੰ ਉਸ ਥਾਂ ਦੀ। ਜੱਜ ਨੇ ਇਹ ਹੁਕਮ ਵੀ ਆਪਣੇ ਫੈਸਲੇ 'ਚ ਲਿਖ ਦਿੱਤਾ। ਜੇਲ੍ਹ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਮਾਹੀ ਨੇ ਆਪਣੇ ਲੀੜੇ ਝਾੜੇ, ਜਿਵੇਂ ਕੋਈ ਪੰਛੀ ਖੁੱਲੀ ਹਵਾ 'ਚ ਉਡਾਰੀ ਲਾਉਣ ਲਈ ਖੰਭ ਝੜਕਦਾ ਹੁੰਦਾ। ਬਾਹਾਂ ਖੜੀਆਂ ਕਰਕੇ ਪਿੰਡੇ ਦੀ ਆਕੜ ਭੰਨੀ। ਚੜ੍ਹਦੇ ਸੂਰਜ ਦੀ ਟਿੱਕੀ ਵੱਲ ਵੇਖਿਆ ਤੇ ਭਵਿੱਖ ਨਾਲ ਟਕਰਾਉਣ ਦਾ ਇਰਾਦਾ ਕਰਕੇ ਅੱਗੇ ਤੁਰ ਪਈ। ਲੱਗੀ ਲਗਨ ਟਿਕਣ ਨਾ ਦੇਂਦੀ ਆਸ਼ਿਕ ਭੌਰ ਫਕੀਰਾਂ ਨੂੰ। ਪਾਠ 11। ਮਾਹੀ ਸੋਚਦੀ ਸੀ ਕਿ ਉਹ ਹੁਣ ਆਜ਼ਾਦ ਹੈ। ਅਸਲ 'ਚ ਆਜ਼ਾਦੀ ਹੈ ਕਿੱਥੇ ਸੀ? ਜੇਲ੍ਹ ਤੋਂ ਘਰ ਤੱਕ ਦੀ ਲੰਮੀ ਵਾਟ ਮੁੱਕਣ 'ਚ ਨਹੀਂ ਆ ਰਹੀ। ਕਿਹੜਾ ਘਰ? ਕਿਸ ਦਾ ਘਰ? ਉਹਦਾ ਘਰ ਤਾਂ ਲੱਲੂ ਵਾਲੇ ਟਿੱਬੇ ਉੱਪਰ ਉੱਜੜ ਗਿਆ ਸੀ। ਨਵਾਂ ਕੋਈ ਵਸਿਆ ਨਹੀਂ। ਹੁਣ ਤੱਕ ਕੈਦ 'ਚ ਰਹੀ ਸੀ। ਆਜ਼ਾਦ ਕਦੋਂ ਹੋਈ? ਆਜ਼ਾਦੀ ਆਪਣਿਆਂ ਨਾਲ ਹੁੰਦੀ ਹੈ, ਘਰ ਆਪਣਿਆਂ ਨਾਲ ਬਣਦੇ ਹਨ। ਇੱਥੇ ਉਹਦਾ ਆਪਣਾ ਕੌਣ ਸੀ? ਇੱਕ ਮਿਹਰ ਸੀ ਆਪਣਾ ਆਖਣ ਨੂੰ। ਬਦਕਿਸਮਤੀ ਨਾਲ ਉਸ ਨਾਲ ਵੀ ਮੇਲ ਨਹੀਂ ਹੋ ਸਕਿਆ ਹੁਣ ਤੱਕ। ਪਤਾ ਨਹੀਂ ਕਿਸ ਹਾਲ ਹੋਏਗੀ। ਸੋਚਾਂ ਸੋਚਦੀ ਤੁਰੀ ਆਈ ਮੱਦੀ ਦੇ ਪਸ਼ੂ ਵਾੜੇ ਤੱਕ। ਲੱਕੜ ਦਾ ਡੰਡਾ ਲੱਭ ਕੇ ਸਰਕਾਰੀ ਜੰਦਾ ਤੋੜਿਆ। ਅੰਦਰ ਵੜਨ ਤੋਂ ਪਹਿਲਾਂ ਪੈਰ ਰੁਕ ਗਏ। ਜੱਜ ਦੇ ਕਹਿਣ ਨਾਲੇ ਵਾੜਾ ਉਹਦਾ ਤਾਂ ਹੋ ਗਿਆ, ਪਰ ਮਿੱਟੀ ਦੀਆਂ ਕੰਧਾਂ ਨਾਲ ਉਹਦੀ ਕੋਈ ਮਨਮਰਜ਼ੀ ਦੀ ਸਾਂਝ ਨਹੀਂ ਸੀ। ਉਸ ਨਾਲ ਹੋਈਆਂ ਵਧੀਕੀਆਂ ਦੀਆਂ ਬੇਜ਼ੁਬਾਨ ਗਵਾਹ ਜ਼ਰੂਰ ਸਨ ਇਹ ਕੰਧਾਂ। ਅੱਜ ਮਾਹੀ ਨੂੰ ਇਹ ਵਾਤਾਵਰਨ ਹੋਰ ਭਿਆਨਕ ਤੇ ਡਰਾਉਣਾ ਲੱਗਿਆ। ਟੁੱਟਿਆ ਜੰਦਰਾ ਉੱਥੇ ਹੀ ਸੁੱਟ ਕੇ ਪੁੱਠੀ ਮੁੜ ਪਈ। ਸੂਏ ਦੇ ਪੁਲ ਕਿਨਾਰੇ ਜਾ ਬੈਠੀ। ਕਿੰਨੀ ਦੇਰ ਬੈਠੀ ਕੱਸੀ 'ਚ ਵਗਦੇ ਪਾਣੀ ਨੂੰ ਨਿਹਾਰਦੀ ਰਹੀ। ਜ਼ਿੰਦਗੀ ਵਗਦੇ ਪਾਣੀ ਹੁੰਦੀ ਹੈ, ਰੁਕ ਜਾਏ ਤਾਂ ਗੰਧਲ ਜਾਂਦੀ ਹੈ। ਰਵਾਨਗੀ ਜੀਵਨ ਦਾ ਮੂਲ ਉਦੇਸ਼ ਹੈ। ਉਦੇਸ਼ਹੀਣ ਲੋਕ ਭਾਵੇਂ ਜਿਉਂਦੇ ਹੋਣ ਦਾ ਦਮ ਭਰਦੇ ਹੋਣ, ਅਸਲ 'ਚ ਚਮੜੇ ਦੀ ਧੌਂਕਣੀ ਵਾਂਗ ਬਿਨਾਂ ਜਾਨ ਤੋਂ ਸਾਹ ਲੈ ਰਹੇ ਹੁੰਦੇ ਹਨ। ਪਾਣੀ ਤੋਂ ਸਖਣੀ ਮਸ਼ਕ ਵਰਗੀ ਹੁੰਦੀ ਹੈ ਜ਼ਿੰਦਗੀ। ਮਾਹੀ ਦੇ ਮਨ ਨੇ ਨਿਰਣਾ ਲਿਆ, ਮਰ ਮਰ ਕੇ ਨਹੀਂ ਜਿਉਣਾ। ਦਲੇਰੀ ਬਟੋਰਦੀ ਉੱਠ ਖਲੋਤੀ। ਨਿਸ਼ਚੇ ਨਾਲ ਵਾੜੇ ਦਾ ਕੁੰਡਾ ਖੋਲ ਕੇ ਅੰਦਰ ਜਾ ਵੜੀ।
ਲੰਬੇ ਸਮੇਂ ਤੋਂ ਬੰਦ ਪਿਆ ਖੰਡਰ ਸਾਫ਼ ਸਫਾਈ ਤੇ ਹੱਥ ਫੇਰੀ ਦੀ ਮੰਗ ਕਰਦਾ ਸੀ। ਚੁੱਲ੍ਹਾ ਚੌਂਕਾ, ਦੀਵਾ ਬੱਤੀ, ਕੱਪੜਾ ਲੀੜਾ, ਹੋਰ ਅਣਵਰਤੇ ਸਮਾਨ ਨੂੰ ਮਿਹਨਤ ਦਰਕਾਰ ਸੀ। ਵਾਟ ਤੋਂ ਥੱਕੀ ਹੋਈ ਸਾਹਮਣੇ ਖੜੀ ਰਾਤ ਦੇ ਹਨੇਰੇ ਤੋਂ ਘਬਰਾਈ ਹੋਈ ਮਾਹੀ ਨੇ ਸਵਾਤ ਦਾ ਜਿੰਦਰਾ ਨਾ ਤੋੜਿਆ। ਅੱਜ ਦੀ ਰਾਤ ਪਿੰਡ 'ਚ ਕਿਸੇ ਥਾਂ ਲੰਘਾ ਲਈ ਜਾਵੇ, ਪਰ ਕਿੱਥੇ? ਇਹਦਾ ਉੱਤਰ ਲੱਭਣ ਲੱਗੀ। ਵੈਦ ਬਾਬੇ ਦੀ ਕੁਟੀਆ ਯਾਦ ਆ ਗਈ। ਹੋਰ ਕਿਸੇ ਨੂੰ ਜਾਣਦੀ ਪਛਾਣਦੀ ਤੱਕ ਨਹੀਂ ਸੀ। ਬਾਬੇ ਨੂੰ ਇੱਕ ਵਾਰ ਮਿਲੀ ਸੀ, ਮੱਦੀ ਲਈ ਕੁਚਲੇ ਚਰਾਉਣ ਵੇਲੇ ਦੀ। ਵੈਦ ਬਾਬੇ ਨਾਲ ਉਸ ਸਮੇਂ ਹੋਈ ਨਿੱਕੀ ਜਿਹੀ ਜਾਣ ਪਛਾਣ ਕੋਈ ਕੰਮ ਆ ਜਾਏ, ਇਹ ਸੋਚ ਕੇ ਕੁਟੀਆ ਵੱਲ ਤੁਰ ਪਈ। ਬਾਬਾ ਕੁਟੀਆ ਦੇ ਬਾਹਰ ਆਪਣੇ ਲਈ ਭੋਜਨ ਤਿਆਰ ਕਰਨ ਦੇ ਆਹਰ ਕਰ ਰਿਹਾ ਸੀ। ਮੱਥਾ ਟੇਕਿਆ। ਬਾਬੇ ਨੇ ਕੋਈ ਮਰੀਜ਼ ਸਮਝ ਕੇ ਪਰਾਂ ਪਏ ਮੂੜੇ ਤੇ ਬੈਠਣ ਦਾ ਇਸ਼ਾਰਾ ਕੀਤਾ। ਥੋੜਾ ਵਿਹਲਾ ਹੋ ਕੇ ਆਪਣੇ ਆਸਣ ਉੱਤੇ ਜਾ ਬੈਠਾ। ਦੱਸੋ ਕੀ ਤਕਲੀਫ ਹੈ? ਬਾਬਾ, ਤਕਲੀਫਾਂ ਹੀ ਤਕਲੀਫਾਂ ਨੇ, ਕੋਈ ਇੱਕ ਹੋਵੇ ਤਾਂ ਦੱਸਾਂ। ਫਿਰ ਵੀ ਕੋਈ ਸਮੱਸਿਆ ਤਾਂ ਹੈ ਜਿਹੜਾ ਚੱਲ ਕੇ ਇੱਥੇ ਆਏ ਹੋ। ਬਾਬਾ ਮਰੀਜ਼ ਦੀ ਸਿਆਣ ਕੱਢ ਰਿਹਾ ਸੀ। ਮਾਹੀ ਨੇ ਸੰਖੇਪ 'ਚ ਆਪਣੀ ਜਾਣਕਾਰੀ ਕਰਾਈ। ਦੱਸਿਆ ਕਿ ਉਹ ਸਿੱਧੀ ਜੇਲ੍ਹ 'ਚੋਂ ਆ ਰਹੀ ਹੈ। ਨਾਲ ਹੀ ਉਹਨੇ ਕੇਵਲ ਇੱਕ ਰਾਤ ਕੁਟੀਆ 'ਚ ਕਟਾਉਣ ਦਾ ਤਰਲਾ ਕੀਤਾ। ਬਾਬਾ, ਅੱਜ ਦੀ ਰਾਤ ਕਟਾ ਦੇ, ਉੱਥੇ ਬਾਹਰ ਬਰੋਟੇ ਹੇਠਾਂ ਪਈ ਰਹੂੰ, ਤੜਕੇ ਜਿਵੇਂ ਹੋਊ ਦੇਖੀ ਜਾਊ। ਬਾਬੇ ਨੂੰ ਮਾਹੀ ਉੱਪਰ ਤਰਸ ਆਇਆ, ਹਮਦਰਦੀ ਵੀ। ਇਹ ਰਾਤ ਕਟਾਉਣ ਵਾਲੇ ਪ੍ਰਸ਼ਨ ਉੱਪਰ ਦੋ ਚਿੱਤੀ 'ਚ ਫਸ ਗਿਆ। ਜਵਾਨ ਤੀਵੀਂ ਮਾਨੀ, ਨਾ ਜਾਣ ਨਾ ਪਛਾਣ, ਲੋਕ ਖਬਰੇ ਕੀ ਆਖਣ। ਲੋਕਾਂ 'ਚ ਬਣਿਆ ਚੰਗਾ ਪ੍ਰਭਾਵ ਕਿਤੇ ਗਲਤ ਦਿਸ਼ਾ ਨਾ ਲੈ ਲਵੇ। ਫਿਰ ਆਪਣੀ ਸ਼ਰਾਫਤ ਦੇ ਅਧੀਨ ਆ ਕੇ ਸੋਚਿਆ, ਅਭਿਆਗਤ ਨੂੰ ਦੁਰਕਾਰਨਾ ਵੀ ਚੰਗਾ ਨਹੀਂ। ਲੋਕ ਜੋ ਮਰਜ਼ੀ ਸੋਚਣ, ਇਸ ਵੇਲੇ ਉਹਨੂੰ ਆਸਰਾ ਦੇਣਾ ਧਰਮ ਦਾ ਕੰਮ ਹੈ। ਸੋ ਬਾਬੇ ਨੇ ਬਰੋਟੇ ਹੇਠ ਪਏ ਤਖਤਪੋਸ਼ ਉੱਪਰ ਕੱਪੜਾ ਮਾਰਿਆ, ਜੋ ਮਾਹੀ ਲਈ ਰਾਤ ਗੁਜ਼ਾਰਨ ਦਾ ਇਸ਼ਾਰਾ ਸੀ। ਜਾਂ ਪਹਿਲਾਂ ਘੜੇ 'ਚੋਂ ਪਾਣੀ ਲੈ ਕੇ ਹੱਥ ਮੂੰਹ ਧੋ ਲੈ, ਜੇ ਲੋੜ ਹੈ ਤਾਂ। ਇੰਨੇ ਨੂੰ ਮੈਂ 2-4 ਟਿੱਕੜ ਸੇਕ ਲੈਣਾ। ਬਾਬਾ ਜੀ, ਰੋਟੀ ਮੈਂ ਪਕਾ ਦਿੰਦੀ ਹਾਂ, ਜੇ ਕੋਈ ਇਤਰਾਜ਼ ਨਾ ਹੋਵੇ ਤਾਂ। ਮੈਂ ਮੁਸਲਮਾਨ ਜੋ ਠਹਿਰੀ, ਮਾਹੀ ਨੇ ਖੁਸ਼ ਹੁੰਦਿਆਂ ਕਿਹਾ। ਨਹੀਂ, ਇਹ ਗੱਲ ਨਹੀਂ, ਤੂੰ ਥੱਕੀ ਹੋਈ ਹੈ, ਬੈਠ ਕੇ ਰੱਬ ਦਾ ਨਾਂ ਲੈ। ਮੈਂ ਅੱਗੇ ਕਿਹੜਾ ਰੋਟੀ ਆਪ ਨਹੀਂ ਬਣਾਉਂਦਾ। ਰੋਟੀ ਦਿੱਤੀ। ਬਾਹਰ ਰਾਤ ਦੀ ਠੰਡ ਉਤਰ ਆਈ ਸੀ। ਤਖਤਪੋਸ਼ ਤੇ ਰਜਾਈ ਸਰਾਣਾ ਰੱਖ ਆਪ ਆਪਣੀ ਖੁੱਲ੍ਹ ਬਾਰੀ ਛੱਪਰੀ ਹੇਠਾਂ ਆਸਣ ਉੱਪਰ ਸੌਂ ਗਿਆ, ਜਿੱਥੇ ਹਰ ਰੋਜ਼ ਸੌਂਦਾ ਸੀ। ਅਗਲਾ ਦਿਨ ਘਰ ਦਾ ਮੂੰਹ ਮੱਥਾ ਠੀਕ ਕਰਦਿਆਂ ਲੰਘ ਗਿਆ। ਭੈਣ ਸੌਣ ਤੇ ਖਾਣ ਪੀਣ ਦਾ ਬੰਦੋਬਸਤ ਕਰਕੇ ਵਣ ਹੇਠਾਂ ਮੰਜੀ ਡਾਹ ਕੇ ਲੰਮੀ ਪੈ ਗਈ। ਵਣ ਦੀ ਹਰੀ ਕਚੂਰ ਛਤਰੀ ਵੱਲ ਵੇਂਦੀ ਰਹੀ। ਕਦੇ ਕਦੇ ਵਣ ਦੀ ਖੋਖਲੀ ਖੋੜ ਵੱਲ ਨਿਗਾਹ ਜਾਂਦੀ। ਬੀਤੇ ਕੱਲ੍ਹ ਤੇ ਆਉਣ ਵਾਲੇ ਕੱਲ੍ਹ ਬਾਰੇ ਸੋਚਦੀ ਰਹੀ। ਵਣ ਦੀ ਖੋੜ ਨਾਲੋਂ ਸੰਘਣੀ ਹਰੀ ਛਤਰੀ ਚੰਗੀ ਲੱਗੀ। ਉਹ ਸਲਵੱਟੇ ਲੈਂਦੀ ਦੀ ਕਦੋਂ ਅੱਖ ਲੱਗ ਗਈ, ਪਤਾ ਹੀ ਨਾ ਚੱਲਿਆ। ਨੀਂਦ 'ਚ ਮੇਰ ਨਾਮ ਦਾ ਪਿਆਰਾ ਰਿਸ਼ਤਾ ਮੁਲਾਕਾਤ ਕਰਨ ਆਇਆ। ਅਗਲੇ ਦਿਨ ਵਣ ਹੇਠਲੇ ਸੁਪਨੇ ਨੂੰ ਸੱਚਾ ਕਰਨ ਖਾਤਰ ਫਿਰ ਸਫ਼ਰ ਤੇ ਨਿਕਲ ਤੁਰੀ। ਸੁਲਤਾਨਪੁਰ ਜਾ ਕੇ ਸਾਹਿਬ ਸਿੰਘ ਦਾ ਘਰ ਪੁੱਛਿਆ। ਮੇਰ ਨੇ ਕੁੰਡਾ ਖੋਲ੍ਹਿਆ। ਚਿਰ ਵਿਛੁੰਨੀਆਂ ਕੁੰਜਾਂ ਦਾ ਰੱਬੀ ਮੇਲ ਰੱਬ ਨੂੰ ਝੱਲਣਾ ਔਖਾ ਹੋ ਗਿਆ। ਰੱਬ ਭਲਾ ਹੰਝੂਆਂ ਦਾ ਏਡਾ ਵੱਡਾ ਹੜ ਕਿਵੇਂ ਸਾਂਭਦਾ? ਲਹੂ ਭਿੱਜੇ ਬੋਲਾਂ ਨੂੰ ਕਿਹੜੀ ਪਿਟਾਰੀ 'ਚ ਪਾ ਲੈਂਦਾ? ਜਲਕੌਰ ਬਾਹਰੋਂ ਆਈ। ਮੁਲਾਕਾਤ ਦੀ ਸਹਿਜਤਾ ਤੋਂ ਅੰਦਾਜ਼ਾ ਲਗਾਇਆ, ਇਹ ਮਾਹੀ ਹੋਣੀ ਹੈ, ਮੇਹਰ ਦੀ ਭੈਣ। ਦੋਹਾਂ ਨੂੰ ਅੰਦਰ ਲੈ ਆਈ। ਮਾਹੀ 2 ਦਿਨ ਰਹੀ। ਦਰਦ ਕਹਾਣੀਆਂ ਦਾ ਅੰਤ ਨਹੀਂ ਸੀ ਆ ਰਿਹਾ। ਦੋਹਾਂ ਭੈਣਾਂ ਦੀ ਵਿਥਿਆ ਨੇ ਜਲਕੌਰ ਨੂੰ ਵੀ ਭਾਵੁਕ ਕਰ ਦਿੱਤਾ। ਤਸੱਲੀ ਸੀ ਕਿ ਜਿਉਂਦੀਆਂ ਹਨ, ਦੁੱਖ ਭਰੇ ਦਿਨ ਟਲ ਗਏ ਹਨ। ਚੰਦੂ ਨੇ ਆਪਣੀ ਮਾਸੀ ਦਾ ਮਨ ਮੋਹਣੀਆਂ ਚੰਚਲ ਨਜ਼ਰਾਂ ਨਾਲ ਜੀ ਲਵਾਇਆ। ਤੀਸਰੇ ਦਿਨ ਵਿਦਾ ਲਈ। ਕੱਲੀ ਕਿੱਥੇ ਰਹੇਂਗੀ? ਉੱਥੇ ਜਿੱਥੇ ਰੱਬ ਦੀ ਰਜ਼ਾ ਹੈ। ਮੱਦੀ ਦਾ ਵਾਗਲ ਪਿੰਡ ਦੇ ਬਾਹਰ ਕੱਸੀ ਦੇ ਪੁਲ ਨਾਲ ਲੱਗਦਾ। ਪਰ ਤੂੰ ਫਿਕਰ ਨਾ ਕਰ, ਮੈਂ ਹੁਣ ਪਹਿਲਾਂ ਵਾਲੀ ਸ਼ਰੀਫਜ਼ਾਦੀ ਡਰਾਕਲ ਕਿਸਮ ਦੀ ਮਾਹੀ ਨਹੀਂ ਰਹੀ। ਸਮੇਂ ਨਾਲ ਟੱਕਰ ਲੈਣ ਜੋਗੀ ਹੋ ਗਈਆਂ। ਪਰ ਹੈ ਤਾਂ ਤੀਵੀਂ। ਮੇਰ ਨੇ ਖਦਸ਼ਾ ਪ੍ਰਗਟ ਕੀਤਾ। ਸਿਰਫ ਅਸਮਤ ਹੁੰਦੀ ਹੈ ਤੀਵੀਂ ਦੀ ਪਛਾਣ, ਤੀਵੀਂ ਦਾ ਗਹਿਣਾ। ਜੇ ਲੁੱਟ ਜਾਏ ਤਾਂ ਕੀ ਬਚਦਾ ਹੈ ਔਰਤ ਪਾਸ? ਹੁਣ ਮੇਰੇ ਕੋਲ ਵੀ ਗਾਉਣ ਨੂੰ ਕੁਝ ਨਹੀਂ ਬਚਿਆ। ਇਹ ਠੀਕ ਹੈ ਕਿ ਖੱਟਣ ਲਈ ਵੀ ਕੁਝ ਨਹੀਂ ਰਿਹਾ। ਧੂਕੜੀ ਇਸ ਦੀ ਜ਼ਿੰਦਗੀ ਬਚੀ ਹੈ, ਦੇਖੋ ਕਿੰਨੇ ਦਿਨ ਦੀ ਹੈ। ਗੰਢੇ ਤੇਰੇ ਤੇ ਕਰੇਲੇ ਮੇਰੇ, ਰਲ ਕੇ ਤੜਕਾਂਗੇ। ਅੰਗ 12ਵਾਂ। ਪ੍ਰੀਤੋ ਦੀ ਮੌਤ ਤੋਂ ਬਾਅਦ ਸਤਨਾਮ ਦੇ ਪੇਕਿਆਂ ਦਾ ਸ਼ਿਰਾਜ਼ਾ ਬਿਖਰ ਗਿਆ। ਕੀ ਸੋਚਿਆ ਸੀ ਕੀ ਬਣ ਗਿਆ। ਇੱਕ ਵਾਰ ਤਾਂ ਦਰਸ਼ਨ ਨੂੰ ਵੀ ਰੜੇ ਮੈਦਾਨ ਸੁੱਟ ਗਈ ਸੀ। ਸੱਤੀ ਤੇ ਸਾਧੂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਗਈ। ਹੁਣ ਉਹ ਦਰਸ਼ੀ ਨੂੰ ਕੀ ਆਖ ਕੇ ਵਰਾਉਣ, ਕਿਹੜੇ ਵੈਦ ਦੀ ਦਾਰੂ ਕੰਮ ਕਰੇ। ਦਰਸ਼ਨ ਨੂੰ ਇਸ ਦੁੱਖ 'ਚੋਂ ਕੱਢਣਾ ਜ਼ਰੂਰੀ ਸੀ। ਉਹਨੂੰ ਰੱਜਵਾਂ ਪਿਆਰ ਮਿਲੇ, ਰੁਝੇਵੇਂ ਵਾਲੇ ਕਿੱਤੇ ਉੱਪਰ ਲਾਇਆ ਜਾਵੇ।
ਸਾਧੂ ਤੇ ਸਤਨਾਮ ਕੌਰ ਸਤਯੁਗੀ ਬੰਦੇ ਸਨ, ਰੱਬ ਤੋਂ ਡਰਨ ਵਾਲੇ। ਬੇਈਮਾਨੀ ਉਹਨਾਂ ਦੇ ਲਹੂ 'ਚ ਨਹੀਂ ਸੀ। ਕੋਈ ਹੋਰ ਹੁੰਦਾ ਤਾਂ ਦਰਸ਼ੀ ਨੂੰ ਆਪਣੇ ਹਾਲ ਤੇ ਛੱਡ ਦਿੰਦਾ, ਆਪੇ ਭੌਂਕ ਕੇ ਰਾਹ ਤੇ ਆ ਜਾਂਦਾ ਤਾਂ ਚੰਗਾ, ਨਹੀਂ ਤਾਂ ਫਿਰਦਾ ਰਹਿੰਦਾ ਇੱਧਰ ਉੱਧਰ ਡਿਬਕਦਾ। ਸਤਨਾਮ ਕੌਰ ਆਪਦੀਆਂ ਪਕਾ ਕੇ ਖਾ ਲੈਂਦੀ, ਪਰ ਸਾਧੂ ਨੂੰ ਖਵਾ ਲੈਂਦੀ। ਕੀ ਲੈਣਾ ਸੀ ਉਹਨਾਂ ਨੇ ਦਰਸ਼ਨ ਤੋਂ? ਸੱਤੀ ਦਰਸ਼ਨ ਨੂੰ ਸਾਧੂ ਨਾਲੋਂ ਵੱਧ ਪਿਆਰ ਕਰਦੀ। ਉਹ ਕਿਸੇ ਹੀਲੇ ਦਰਸ਼ਨ ਨੂੰ ਮਨਾ ਕੇ ਵਿਆਹ ਕਰਵਾ ਲੈਣ ਲਈ ਹਾਂ ਕਰਵਾਉਣਾ ਚਾਹੁੰਦੇ ਸੀ। ਫਿਰ ਦਰਸ਼ਨ ਮਲਕਪੁਰੇ ਵਾਲਾ ਆਪਣਾ ਘਰ ਸਾਂਭੇ ਤੇ ਉਹ ਢੱਕੀ ਪਿੰਡ ਆਪਣੇ ਮਾਂ-ਬਾਪ ਦਾ ਬੁਢਾਪਾ ਕਟਾਵੇ। ਪਰ ਦਰਸ਼ਨ ਸੀ ਕਿ ਮੰਨਦਾ ਨਹੀਂ ਸੀ। ਗੱਲ ਚਲਾਉਂਦੇ ਤਾਂ ਉਲਟਾ ਟਕੇ ਵਰਗਾ ਜਵਾਬ ਦੇ ਦਿੰਦਾ। ਲੜਨ ਨੂੰ ਪੈਂਦਾ। ਉਹ ਕਿਧਰੇ ਨਹੀਂ ਗਈ, ਮੇਰੇ ਅੰਦਰ ਵਸਦੀ ਹੈ। ਭਾਬੀ ਹੁਣ ਤੂੰ ਮੁੜ ਉਹ ਕਹਾਣੀ ਨਾ ਪਾਇਆ ਕਰ, ਛੱਡੋ ਇਹ ਗੱਲਾਂ ਪਰੇ ਧਰੋ। ਫਿਰ ਜਿਹਨੂੰ ਉਡੀਕਦਾ ਉਹ ਹੁਣ ਮੁੜਨ ਵਾਲੀ ਥਾਂ ਤਾਂ ਨਹੀਂ ਗਈ। ਕਿਉਂ ਖਪਾਉਣਾ ਹੈ ਆਪਦੇ ਆਪ ਨੂੰ? ਤੇਰੇ ਬਾਈ ਕੰਨੀ ਦੇਖ, ਤੇਰਾ ਹਾਲ ਦੇਖ ਕੇ ਕਿੰਨਾ ਦੁਖੀ ਹੁੰਦਾ। ਉਹ ਮੇਰੀ ਮਾਂ, ਉਹ ਗੱਲ ਤਾਂ 100 ਹੋ ਗਈ। ਤੈਂ ਪ੍ਰੀਤੋ ਨਾਲ ਪਿਆਰ ਕਰਨ ਦੀ ਹੱਲਾਸ਼ੇਰੀ ਦਿੱਤੀ ਤੇ ਹੁਣ ਤੂੰ ਹੀ ਉਹਨੂੰ ਭੁੱਲ ਜਾਣ ਲਈ ਆਖਦੀ ਹੈ। ਮੈਥੋਂ ਇਹ ਨਹੀਂ ਹੋਣਾ। ਮਾਂ ਵੀ ਆਖਦਾ ਤੇ ਮੇਰੀ ਨਿੱਕੀ ਜਿਹੀ ਮੰਗ ਵੀ ਪੂਰੀ ਨਹੀਂ ਕਰਦਾ। ਮਾਂ ਤੂੰ ਹੈਗੀ, ਪਰ ਤੇਰੀ ਇਹ ਨਿੱਕੀ ਜਿਹੀ ਮੰਗ ਪਹਾੜ ਤੋਂ ਵੱਡੀ ਹੈ। ਸਾਧੂ ਤੇ ਸਤੀ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਜਾਂਦੀਆਂ। ਚਿੰਤਾ ਜ਼ਰੂਰ ਕਰਦੇ ਪਰ ਉਮੀਦ ਨਹੀਂ ਛੱਡੀ। ਕਿਸੇ ਆਰੇ ਲਾਉਣ ਲਈ ਤੇ ਤਿੰਨਾਂ ਸ਼ਕੀਰੀਆਂ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਆਉਣਾ ਜਾਣਾ ਸੌਖਾ ਹੋ ਜਾਏ, ਸਾਧੂ ਨੇ ਇੱਕ ਅੱਧੋ ਰਾਣੀ ਫਿਟਫਿਟੀਆ ਜੀਪ ਖਰੀਦ ਲਈ। ਦਰਸ਼ਨ ਥੋੜੇ ਦਿਨਾਂ 'ਚ ਜੀਪ ਚਲਾਉਣ ਦਾ ਅਭਿਆਸੀ ਹੋ ਗਿਆ, ਅੱਗੇ ਨਾਲੋਂ ਖੁਸ਼। ਬਾਹਰ ਅੰਦਰ ਜਾਣ ਨਾਲ ਨਾਲੇ ਜੀ ਲੱਗਿਆ ਰਹਿੰਦਾ, ਨਾਲੇ ਦੁਨੀਆ ਦੇ ਰੰਗ ਢੰਗ ਦਾ ਤਜਰਬਾ ਹੋ ਗਿਆ। ਭੂਆ ਕੋਲ ਜਾ ਵੜਦਾ। ਪਿੰਡ 'ਚ ਆਵਾਜਾਈ ਦਾ ਸਾਧਨ ਹੋ ਜਾਣ ਕਾਰਨ ਲੋਕ ਗੱਡੀ ਮੰਗ ਕੇ ਲੈ ਜਾਂਦੇ। ਖਰਚੇ ਜੋਗਰ ਭਾੜਾ ਕਿਰਾਇਆ ਮਿਲਦਾ ਰਹਿੰਦਾ। ਸਤੀ ਕਦੇ ਕਦੇ ਢੱਕੀ ਪਿੰਡ ਲੈ ਜਾਂਦੀ। ਦਰਸ਼ੀ ਆਪਣੀ ਭਾਬੀ ਦਾ ਅੱਖਾਂ ਨਾ ਮੁੜਦਾ, ਪਰ ਆਪਣੇ ਸੁਪਨਿਆਂ ਦੇ ਸ਼ਮਸ਼ਾਨ 'ਚ ਜਾਣ ਤੋਂ ਉਹਨੂੰ ਭੈ ਆਉਂਦਾ। ਭੂਆ ਦਰਸ਼ੀ ਨੂੰ ਜਿੰਨਾ ਪਿਆਰ ਕਰਦੀ, ਸਾਹਬ ਉਨੀ ਜ਼ਿਆਦਾ ਈਰਖਾ ਕਰਦਾ। ਘਰ ਬਾਰ ਉਹਦਾ ਤੇ ਚੌਧਰ ਦਰਸ਼ਨ ਕਰੇ। ਜੇਲ੍ਹ ਜਾਣ ਨਾਲ ਇਹ ਸਾੜਾ ਹੋਰ ਵੱਧ ਗਿਆ। ਕਿਤੇ ਮਿਹਰ ਉੱਪਰ ਕਾਠੀ ਨਾ ਪਾ ਲਵੇ। ਸਾਹਿਬ ਸਿੰਘ ਸਿੱਧੀ ਤਾਂ ਕਦੀ ਸੋਚਦਾ ਨਹੀਂ ਸੀ, ਪੁੱਠੀ ਉਹਨੂੰ ਝੱਟ ਜੱਚ ਜਾਂਦੀ। ਦੇਖੀ ਦਰਸ਼ੀ, ਉਹ ਤਿਵੀਂ ਮੇਰੀ ਚੀਜ਼ ਹੈ। ਕਿਸੇ ਹੋਰ ਹੱਥ ਲੱਗ ਗਈ ਤਾਂ ਸਮਝਿਓ ਮੈਥੋਂ ਬੁਰਾ ਹੋਰ ਕੋਈ ਨਹੀਂ। ਆਪਣੀ ਭੂਆ ਨਾਲ ਜੇਲ੍ਹ 'ਚ ਮੁਲਾਕਾਤ ਲਈ ਗਏ ਦਰਸ਼ੀ ਨੂੰ ਇਹ ਚੇਤਾਵਨੀਆਂ ਸੁਣਨੀਆਂ ਪੈਂਦੀਆਂ। ਗੁੱਸਾ ਬਹੁਤ ਆਉਂਦਾ, ਪਰ ਭੂਆ ਕਰਕੇ ਚੁੱਪ ਕਰ ਰਹਿੰਦਾ। ਇਹ ਤਾਂ ਸਾਰਾ ਜੱਗ ਜਾਣਦਾ ਕਿ ਤੈਥੋਂ ਮਾੜਾ ਕੋਈ ਹੈ ਵੀ ਨਹੀਂ। ਰੱਸੀ ਮੱਚ ਗਈ, ਹਾਲੇ ਵੱਟ ਨਹੀਂ ਗਏ। ਕਰਤੂਤਾਂ ਵੀ ਤੇਰੀਆਂ ਤੇ ਆਕੜ ਵੀ ਤੇਰੀ। ਦਰਸ਼ੀ ਦਾ ਮਨ ਸਾਹਬ ਪ੍ਰਤੀ ਘਿਰਨਾ ਨਾਲ ਭਰ ਜਾਂਦਾ। ਜਲਕੁਰ ਸਾਬੀ ਦੀਆਂ ਗੱਲਾਂ ਦਾ ਬੁਰਾ ਮਨਾਉਂਦੇ। ਮੁੜਦਿਆਂ ਰਾਹ 'ਚ ਦਰਸ਼ਨ ਨੂੰ ਉਹਦੀਆਂ ਉਜੱਡਾਂ ਵਾਲੀਆਂ ਗੱਲਾਂ ਨੂੰ ਮਨ ਤੇ ਨਾ ਲਾਉਣ ਲਈ ਆਖਦੀ। ਦਰਸ਼ਨ ਉੱਪਰ ਭਰੋਸਾ ਵੀ ਸੀ, ਫਿਰ ਵੀ ਮਿਹਰ ਦੀ ਜਵਾਨ ਮੱਤ ਉੱਪਰ ਇਤਬਾਰ ਨਹੀਂ ਸੀ। ਡਰਦੀ ਸੀ ਕਿ ਦਰਸ਼ੀ ਤੇ ਮਿਹਰ ਦਾ ਮੇਲ ਜੋਲ ਵਧਣ ਦਾ ਮਤਲਬ ਕਿਸੇ ਨਵੀਂ ਬਿਪਤਾ ਦਾ ਕਾਰਨ ਬਣ ਸਕਦਾ ਹੈ। ਘੱਟੋ ਘੱਟ ਸਾਹਿਬ ਦੇ ਜੇਲ੍ਹ ਕੱਟ ਕੇ ਘਰੇ ਮੁੜਨ ਤੱਕ ਤਾਂ ਸੁੱਖ ਸ਼ਾਂਤੀ ਰਹੇ। ਇਸ ਡਰ ਦਾ ਪ੍ਰਗਟਾਵਾ ਉਹਨੇ ਗੱਲਾਂ 'ਚ ਮਿਹਰ ਪਾਸ ਕਈ ਵਾਰ ਕੀਤਾ। ਇਸ ਪੱਖੋਂ ਦਰਸ਼ਨ ਨੇ ਭੂਆ ਦੇ ਤੌਖਲੇ ਖਤਮ ਕਰ ਦਿੱਤੇ। ਉਹਦਾ ਮਿਹਰ ਪ੍ਰਤੀ ਸਾਫ਼ ਸੁਥਰਾ ਸਾਧਵਾਂ ਰਵੱਈਆ ਆਮ ਮੁੰਡਿਆਂ ਵਰਗੀ ਉਲਾਰ ਸੋਚ ਤੋਂ ਕਿਤੇ ਉੱਚਾ ਸੀ। ਕਾਹਨੂੰ ਵਿਹੜੇ 'ਚ ਲਵਾ ਲਈ ਬੇਰੀ, ਨੀਟਾਂ ਦੇ ਉਲਾਂਭੇ ਆਉਣਗੇ। ਪਾਠ 13ਵਾਂ। ਪਹਿਲਾਂ ਦਰਸ਼ਨ ਘਰੇ ਰਹਿੰਦਾ, ਵੱਧ ਤੋਂ ਵੱਧ ਖੇਤ ਬੰਨੇ ਗੇੜਾ ਮਾਰ ਕੇ ਮੁੜ ਆਉਂਦਾ। ਜਦੋਂ ਦੀ ਜੀਪ ਲਈ ਸੀ ਕਈ ਦਿਨ ਬਾਹਰ ਲਾ ਦਿੰਦਾ। ਸਾਧੂ ਹੋਰਾਂ ਦੀ ਚਿੰਤਾ ਹੋਰ ਵੱਧ ਜਾਂਦੀ। ਨਿਆਣਾ ਹੈ, ਬਾਹਰ ਧੋਖੇ ਠੱਗੀਆਂ ਵਾਲੇ ਬਥੇਰੇ ਟੱਕਰ ਜਾਂਦੇ ਨੇ, ਕਿਤੋਂ ਪੰਗਾ ਸਿਹੇੜ ਲਿਆ ਜੀਪ ਦਾ। ਸਤਨਾਮ ਕੌਰ ਦਰਸ਼ੀ ਨੂੰ ਹਾਲੀ ਤੀਕ ਨਿਆਣਾ ਸਮਝੀ ਜਾਂਦੀ, ਨਾਲ ਹੀ ਵੱਡਾ ਤੇ ਸਿਆਣਾ ਹੋ ਗਿਆ ਵੀ ਆਖੀ ਜਾਂਦੀ। ਸਾਧੂ ਵੀ ਆਖਦੀ, ਦੂਜਿਆਂ ਦੇ ਕੰਮ ਆਉਣਾ ਜਾਣਦਾ ਹੈ। ਚਿਹਰੇ ਉੱਪਰ ਬਨੌਟੀ ਹਾਸੇ ਦਾ ਮੁਲੰਮਾ ਚੜਾ ਲੈਂਦਾ। ਸਮਝਦਾ ਮੇਰਾ ਦੁੱਖ ਲੁੱਕ ਗਿਆ, ਕਿਸੇ ਨੂੰ ਦਿਸਿਆ ਨਹੀਂ। ਮਰਨ ਵਾਲੀ ਦੀ ਸੁਆਹ ਕਦੋਂ ਦੀ ਠੰਡੀ ਹੋ ਗਈ ਸੀ। ਦਰਸ਼ੀ ਦੀ ਅੰਦਰਲੀ ਅਗਨ ਮੱਠੀ ਨਹੀਂ ਸੀ ਹੋਈ। ਚੰਗੀਆਂ ਸੋਹਣੀਆਂ ਸੁਨੱਖੀਆਂ ਘਰ ਘਰਾਣੇ ਦੀਆਂ ਕੁੜੀਆਂ ਵਾਲੇ ਆਉਂਦੇ, ਬੇਆਸ ਹੋ ਕੇ ਮੁੜ ਜਾਂਦੇ। ਦਰਸ਼ੀ ਕੋਈ ਧਾ ਧਰੇ ਤਦ ਨਾ। ਪ੍ਰੀਤੋ ਹੁੰਦੀ ਤਾਂ ਗੱਲ ਹੋਰ ਸੀ। ਮਾਂ ਬਾਪ ਨੂੰ ਸੱਤੀ ਦੇ ਸਹਾਰੇ ਦੀ ਅਸਲ 'ਚ ਹੁਣ ਜ਼ਰੂਰਤ ਹੈ। ਜਦ ਪ੍ਰੀਤੋ ਉਹਨਾਂ ਨੂੰ ਨਾ ਮਰਿਆਂ ਤੇ ਨਾ ਜਿਉਂਦਿਆਂ 'ਚ ਛੱਡ ਗਈ, ਢੱਕੀ ਪਿੰਡ ਦੀ ਜਾਇਦਾਦ ਵੀ ਨਿਗਰਾਨੀ ਦੀ ਮੰਗ ਕਰਦੀ ਸੀ। ਸਤਨਾਮੀ ਹਾਰੇ ਵਿੱਚ ਰੱਖੀ ਦਾਲ ਦਾ ਤਪਲਾ ਕੱਢ ਲਿਆਈ।
ਬਿਨਾਂ ਕੋਈ ਛਮਕਾ ਲਾਇਆਂ ਦਾਲ ਬਾਟੀਆਂ 'ਚ ਪਾਤੀ। ਚੁੱਲ੍ਹੇ ਦੀ ਅੱਗ ਤੇਜ਼ ਕਰਕੇ ਮੋਟੀਆਂ-ਮੋਟੀਆਂ ਭਾਈਆਂ ਪਿੱਟੀਆਂ ਥਾਲੀ 'ਚ ਵਗਾਹ ਮਾਰੀਆਂ। ਸਾਧੂ ਨੇ ਸੱਤੀ ਦੀ ਬੇਰੁਖੀ ਨੂੰ ਨਹੀਂ ਗੌਲਿਆ। ਪਹਿਲਾਂ ਵੀ ਜਦੋਂ ਥੋੜ੍ਹਾ ਜਿਹਾ ਚਿੱਤ ਖਰਾਬ ਹੁੰਦਾ ਅਜਿਹਾ ਕਰਦੀ ਸੀ। ਦਰਸ਼ਨ ਨੂੰ ਲੱਗਿਆ ਭਾਬੀ ਨੂੰ ਅਸਲ 'ਚ ਗੁੱਸਾ ਉਸ ਉੱਤੇ ਹੈ। ਬੈਠਾ ਰਿਹਾ ਪਰ ਥਾਲ 'ਚੋਂ ਬੁਰਕੀ ਵੀ ਨਾ ਤੋੜੇ। ਸੱਤੀ ਹੋਰ ਝੁੰਝਲਾ ਗਈ। ਰੋਟੀ ਕਿਉਂ ਨਹੀਂ ਖਾਂਦਾ? ਚੁੱਪਚਾਪ ਤ੍ਰਿਵੈਣੀ ਹੇਠ ਪੁੰਜੇ ਪੈਰਾਂ ਭਾਰ ਜਾ ਬੈਠਾ। ਗੋਡਿਆਂ 'ਚ ਸਿਰ ਤੁੰਨ ਕੇ ਨੀਵੀਂ ਪਾ ਲਈ। ਸਾਧੂ ਉਵੇਂ ਪੀੜੀ ਉੱਤੇ ਬੈਠਾ ਰਿਹਾ। ਬੁਰਕੀ ਉਹਨੇ ਵੀ ਨਹੀਂ ਤੋੜੀ। ਸੱਤੀ ਦੇ ਹੱਥੋਂ ਵੇਲਣਾ ਤੇ ਚਿਮਟਾ ਨਿਕਲ ਗਏ। ਤਵੇ ਤੇ ਪਈ ਰੋਟੀ ਮੱਚ ਗਈ। ਜੈ ਨੂੰ ਖਾਵੇ ਤੁਹਾਡਾ ਲੰਗਰ, ਆਖ ਕੇ ਆਟੇ ਨਾਲ ਲਿਬੜੇ ਹੱਥੀਂ ਸਵਾਤ ਅੰਦਰ ਪਏ ਜੁਬੜਾਂ ਉੱਪਰ ਮੂਧੇ ਮੂੰਹ ਜਾ ਡਿੱਗੀ। ਵਿਚਾਰਾ ਸਾਧੂ ਸੀ, ਸੱਤੀ ਦੀ ਪੀੜ ਜਾਣਦਾ ਸੀ। ਉੱਠ ਕੇ ਸਵਾਦ 'ਚ ਗਿਆ। ਭਲੀਏ ਮਾਨਸੇ, ਗੁੱਸਾ ਸੀ ਤਾਂ ਮੇਰੇ ਤੇ ਕੱਢ ਲੈਂਦੀ। ਉਸ ਜਵਾਕੜੇ ਦਾ ਕੀ ਕਸੂਰ? ਹਿਜਕੀ ਰੋਂਦੀ ਸੱਤੀ ਨੂੰ ਗਲਵੱਕੜੀ ਦੇ ਸਹਾਰੇ ਨਾਲ ਬੈਠਾ ਕੀਤਾ। ਸੱਤੀ ਦਾ ਰੋਣ ਹੋਰ ਵੱਧ ਗਿਆ। ਮੇਰੀ ਮਾੜੀ ਕਿਸਮਤ ਨੂੰ ਉਹ ਮਰ ਗਈ। ਹੋਰ ਕਿਧਰੇ ਹਾਂ ਨਹੀਂ ਕਰਦਾ। 6 ਸਾਲ ਤੋਂ ਮੈਂ ਵੀ ਖਾਲੀ ਝੋਲੀ ਬੈਠੀ ਹਾਂ। ਇੱਧਰੋਂ ਵੀ ਔਤ, ਪੇਕਿਓਂ ਕੰਨੀਓਂ ਵੀ ਔਤ। ਕਾਹਦੀਆਂ ਕਬੀਲਦਾਰੀਆਂ, ਕਾਹਦੀਆਂ ਜ਼ਮੀਨਾਂ, ਮੈਂ ਤਾਂ ਨੱਕੋ ਨੱਕ ਹਾਰ ਗਈ। ਦੋਵੇਂ ਦੁੱਖ ਸੱਚਮੁੱਚ ਬੜੇ ਭਾਰੀ ਸਨ ਜਿਨ੍ਹਾਂ ਨੂੰ ਸੱਤੀ ਆਪਣੇ ਅੰਦਰ ਸਮੋਈ ਫਿਰਦੀ ਸੀ। ਸੱਤੀ ਦੇ ਅੱਥਰੂ ਪੂੰਝ ਕੇ ਸਾਧੂ ਬਾਹਰ ਨਿਕਲਿਆ। ਦਰਸ਼ੀ ਤ੍ਰਿਵੈਣੀ ਹੇਠਾਂ ਨਹੀਂ ਸੀ। ਨਿੱਕੇ ਵੀਰ ਨੂੰ ਉੱਥੇ ਨਾ ਵੇਖ ਕੇ ਘਬਰਾ ਗਿਆ। ਓਏ ਦਰਸ਼ੀ! 2-3 ਹਾਕਾਂ ਮਾਰੀਆਂ। ਬੀਹੀ ਵਾਲੇ ਖੁੱਲ੍ਹੇ ਬਾਰ 'ਚੋਂ ਬਾਹਰ ਨਿਕਲ ਗਿਆ। ਹਨੇਰਾ ਉੱਤਰ ਆਇਆ ਸੀ। ਦੂਰੋਂ ਕੁਝ ਦਿਖਾਈ ਨਾ ਦਿੱਤਾ। ਤੱਕ ਸੁਦੇ ਤੁਰਿਆ ਗਿਆ। ਦਰਸ਼ੀ ਸੱਥ ਦੇ ਇੱਕ ਖੁੰਡ ਤੇ ਬੈਠਾ ਸੀ। ਵੀਰ ਦੇ ਪੈਰਾਂ ਦੀ ਆਹਟ ਪਛਾਣ ਲਈ ਭੱਜ ਕੇ ਬਾਈ ਦੇ ਗਲ ਨਾਲ ਚਿੰਬੜ ਗਿਆ। ਸਾਧੂ ਕਿੰਨੀ ਦੇਰ ਰੋਂਦੇ ਦਰਸ਼ੀ ਦੀ ਪਿੱਠ ਤੇ ਪਿਆਰ ਭਰਿਆ ਹੱਥ ਫੇਰਦਾ ਰਿਹਾ। ਮੂੰਹ ਮੱਥਾ ਚੁੰਮਿਆ ਥੋੜਾ ਸ਼ਾਂਤ ਚਿੱਤ ਹੋ ਕੇ ਉਸੇ ਖੁੰਡ ਉੱਪਰ ਬੈਠ ਗਏ। ਤੇਰੀ ਮਾਵਾਂ ਦਾ ਕੋਈ ਗੁੱਸਾ ਕਰਦਾ ਹੁੰਦਾ? ਉਸ ਉੱਪਰ ਨਹੀਂ ਬਾਈ, ਗੁੱਸਾ ਤਾਂ ਮੈਂ ਆਪਣੇ ਆਪ ਤੇ ਕਰਦਾ। ਮੈਂ ਕਿੰਨਾ ਨਿਕਰਮਾ ਜੋ ਤੁਹਾਨੂੰ ਵੀ ਕੋਈ ਸੁੱਖ ਨਾ ਦੇ ਸਕਿਆ। ਚੱਲ ਉੱਠ ਘਰ ਚੱਲੀਏ, ਆਖ ਕੇ ਸਾਧੂ ਨੇ ਦਰਸ਼ਨ ਦੀ ਬਾਂਹ ਫੜ ਲਈ। ਘਰੇ ਹਨੇਰਾ ਸੀ। ਦੀਵਾ ਕੌਣ ਬਾਲਦਾ? ਸਤਨਾਮੀ ਬਾਰ ਦੇ ਕੋਲੇ ਨਾਲ ਲੱਗੀ ਭੁੰਜੇ ਬੈਠੀ ਸੀ। ਸਾਮ ਆਪਣੇ ਦਿਓਰ ਨੂੰ ਮਿਲੋ ਜਾ ਕੇ ਦੋਵੇਂ ਮਾਂ ਪੁੱਤ। 2 ਵੇਲੇ ਮਿਲਦਿਆਂ ਤੂੰ ਭੁੰਜੇ ਨਹੀਂ ਬੈਠੀਦਾ, ਬੇਸ਼ਗਨਾ ਹੁੰਦਾ। ਸਾਧੂ ਨੇ ਸੱਤੀ ਨੂੰ ਉੱਠਣ ਲਈ ਸਹਾਰਾ ਦਿੱਤਾ। ਦਰਸ਼ੀ ਮਿੱਟੀ ਬਣਿਆ ਖਲੋਤਾ ਸੀ। ਸੱਤੀ ਚੁੱਪਚਾਪ ਖੜੇ ਦਰਸ਼ੀ ਨੂੰ ਪਾਗਲਾਂ ਵਾਂਗ ਚੰਬੜ ਗਈ। ਪਿਆਰ ਕਰਦੀ ਰਹੀ, ਚੱਟੀ ਗਈ। ਦਰਸ਼ਨ ਨੇ ਲਗਭਗ ਗੋਦੀ ਚੁੱਕਣ ਵਾਂਗ ਆਪਣੀ ਭਾਬੀ ਮਾਂ ਨੂੰ ਚੌਂਤਰੇ ਕੋਲ ਡਾਰੀ ਮੰਜੀ ਤੇ ਲਿਆ ਧਰਿਆ। ਸਾਧੂ ਨੇ ਲਾਲਟਨ ਜਗਾ ਕੇ ਚੌਂਤਰੇ ਵਾਲੀ ਕਿੱਲੀ ਤੇ ਟੰਗ ਦਿੱਤੀ। ਲੈ ਹੁਣ ਗੱਲਾਂ ਫੇਰ ਕਰਿਓ, ਪਹਿਲਾਂ ਰੋਟੀ ਪਕਾ। ਵਿਚਾਰਾ ਜਵਾਕ ਭੁੱਖਣ ਭਾਣਾ ਧੜਕੇ ਦਾ। ਦਿਓਰ ਭਰਜਾਈ ਦੇ ਮਿਲਾਪ ਨਾਲ ਜਿਵੇਂ ਸਾਧੂ ਦੀ ਆਪਣੀ ਭੁੱਖ ਮਿਟ ਗਈ ਹੋਵੇ। ਰੋਟੀ ਟੁੱਕ ਤੋਂ ਬਾਅਦ ਦੁੱਧ ਵਧਾ ਕੇ ਤੌਲੇ 'ਚ ਪਾਤਾ। ਭਾਂਡਾ ਠੀਕਰ ਸਾਂਭ ਕੇ ਉਸੇ ਮੰਜੀ ਤੇ ਜਾ ਬੈਠੀ ਜਿੱਥੇ ਦਰਸ਼ੀ ਬੈਠਾ ਸੀ। ਸਾਧੂ ਸਾਹਮਣੇ ਇੱਕ ਹੋਰ ਮੰਜੀ ਘੜੀਸ ਕੇ ਲੱਤਾਂ ਨਸਾਲ ਕੇ ਬੈਠ ਗਿਆ। ਹਾਂ ਬਈ ਹੁਣ ਲੜੋ ਸਮਾਰ ਕੇ, ਜਿੰਨਾ ਲੜਨਾ। ਦੇਖਿਓ ਕਿਤੇ ਕਸਰ ਰਹਿ ਜੇ ਲੜਾਈ 'ਚ। ਲੜਨ ਸਾਡੇ ਦੁਸ਼ਮਣ। ਦਰਸ਼ੀ ਤਾਂ ਮੇਰਾ ਲਾਡਲਾ ਦਿਓਰ ਹੈ। ਸਾਡਾ ਭਲਾ ਆਪਸ 'ਚ ਵੰਡਿਆ ਕੁਛ? ਮੈਂ ਤਾਂ ਇਹਦੇ ਤੋਂ ਆਪਦੀ ਜਾਨ ਵੀ ਵਾਰ ਦੇਵਾਂ। ਆਖ ਕੇ ਸੱਤੀ ਦਰਸ਼ਨ ਨੂੰ ਪਿਆਰ ਨਾਲ ਪਲੋਸਣ ਲੱਗ ਪਈ। ਦਰਸ਼ਨ ਸੱਤੀ ਦੇ ਗੋਡਿਆਂ ਤੇ ਡਿੱਗ ਪਿਆ ਜਿਵੇਂ ਪਿਆਰ 'ਚ ਮਸਤ ਕੋਈ ਨਿਆਣਾ ਆਪਣੀ ਮਾਂ ਦੀ ਗੋਦੀ 'ਚ ਸਿਰ ਰੱਖ ਦੇਵੇ। ਸਾਧੂ ਨੂੰ ਆਪਣੀ ਜੀਵਨ ਸਾਥਣ ਦੇ ਕਿਰਦਾਰ ਉੱਪਰ ਬੇਹੱਦ ਰਸ਼ਕ ਆਇਆ। ਖੁਸ਼ੀ 'ਚ ਅੱਖਾਂ ਭਰ ਆਈਆਂ ਤੇ ਮੰਜੀ ਦੇ ਦੂਜੇ ਪਾਸੇ ਮੂੰਹ ਕਰਕੇ ਚੁੱਪ ਆਵਾਜ਼ 'ਚ ਰੋਂਦਾ ਰਿਹਾ। ਤੇਰੀ ਭਾਬੀ ਨੂੰ ਇੱਕ ਰੱਬ ਨੇ ਔਖਾ ਕਰ ਰੱਖਿਆ, ਇੱਕ ਤੈਂ। ਚਲੋ ਬਾਲ ਬੱਚਾ ਨਹੀਂ ਹੋਇਆ ਤਾਂ ਰੱਬ ਦੀ ਮਰਜ਼ੀ। ਇੱਧਰੋਂ ਤੂੰ ਜਵਾਬ ਦੇਈ ਖੜਾ। ਇਹਦੇ ਤਾਂ ਸਹੁਰੇ ਵੀ ਔਤ ਗਏ ਤੇ ਪੇਕੇ ਵੀ ਪਹਿਲਾਂ ਹੀ। ਸਾਡੀ ਮਨ ਬਚਾ ਲੈ 2 ਘਰਾਂ ਨੂੰ ਜੇ ਬਚਾ ਸਕਦਾ ਤਾਂ। ਵੀਰ ਦਾ ਤਰਲਾ ਦਰਸ਼ਨ ਦੇ ਦਿਲ ਤੱਕ ਧਸ ਗਿਆ। ਲੱਗਦਾ ਸੀ ਆਜ਼ਾਦ ਪੰਛੀ ਘਰੇਲੂ ਜ਼ਿੰਮੇਵਾਰੀ ਦੀ ਛਤਰੀ ਤੇ ਆ ਬੈਠੇਗਾ। ਭਾਵੇਂ ਉਹਨੇ ਕਿਸੇ ਕੁੜੀ ਨੂੰ ਪਰਨਾਉਣ ਦਾ ਮੂੰਹ ਕੋਈ ਵਚਨ ਨਾ ਦਿੱਤਾ, ਪਰ ਸੱਤੀ ਚੰਗੇ ਭਵਿੱਖ ਲਈ ਆਸਵੰਦ ਜ਼ਰੂਰ ਹੋ ਗਈ ਲੱਗਦੀ ਸੀ। ਹੁਸਨ ਜਵਾਨੀ ਮਾਪੇ 3 ਰੰਗ ਨਹੀਂ ਲੱਭਣੇ। ਪਾਠ 14ਵਾਂ। ਉਹਦਾ ਦੁਨੀਆ 'ਚ ਹਾਲੇ ਸੀਰ ਬਚਿਆ ਹੋਇਆ ਜਿਸ ਖਾਤਰ ਜਿਉਣਾ ਪੈਣਾ। ਮਾਹੀ ਆਪਣੀ ਭੈਣ ਨੂੰ ਮਿਲ ਕੇ ਆਈ। ਪਹਿਲਾਂ ਨਾਲੋਂ ਅਲੱਗ ਕਿਸਮ ਦੀਆਂ ਸੋਚਾਂ ਸੋਚਣ ਲੱਗ ਪਈ। ਜੇ ਜਿਉਣਾ ਹੈ ਤਾਂ ਲੋਕਾਂ ਤੋਂ ਪਰੇ ਰਹਿ ਕੇ ਪਾਸਾ ਵੱਟ ਕੇ ਜਿਉਣਾ ਕਿਸ ਕੰਮ ਦਾ।
ਨਿਰਾ ਪੂਰਾ ਘੂਰੀਆਂ ਵੱਟ ਕੇ ਲੋਕਾਂ ਨੂੰ ਗੁੱਸਾ ਵਿਖਾ ਕੇ ਸਮਾਂ ਕਿਵੇਂ ਲੰਘੇ, ਇਹ ਗੱਲ ਉਹਦੀ ਸਮਝ 'ਚ ਆ ਰਹੀ ਸੀ। ਮੁੜ ਕੇ ਉਹ ਉਡਾਉਣੀ ਫੇਰ ਅੱਗੇ ਆ ਖੜਦੀ। ਨਿਰਦਈ ਸਮਾਜ ਜਿੱਥੇ ਤਕੜੇ ਦਾ ਸੱਤੀਵੀਂ ਹੀ 100 ਹੋਵੇ, ਜਣੇ ਖਣੇ ਦੇ ਥੱਲੇ ਲੱਗ ਕੇ ਕੇਵਲ ਨਿਮਾਣਾ ਜਿਹਾ ਭਿੱਖ ਮੰਗਾ ਬਣ ਕੇ ਵੀ ਨਹੀਂ ਜੀਵਿਆ ਜਾ ਸਕਦਾ। ਸਾਂਝ ਵਾਲੀ ਗੱਲ ਕਿੱਥੇ ਰਹੀ? ਲੰਡਰ ਬਦਮਾਸ਼ਾਂ ਦੇ ਜ਼ੋਰ ਜ਼ਬਰ ਅੱਗੇ ਝੁਕੇ ਲੋਕ ਕੀ ਸਹਾਰਾ ਦੇਣਗੇ? ਲੋਕ ਤਕੜੇ ਨੂੰ ਸਲਾਮ ਕਰਦੇ ਨੇ ਤੇ ਕਮਜ਼ੋਰ ਨੂੰ ਲਤਾੜ ਕੇ ਲੰਘ ਜਾਂਦੇ ਨੇ। ਦੋ ਚਿੱਤੀ 'ਚ ਫਸੀ ਮਾਹੀ ਅੱਗੇ ਵਧਣ ਦਾ ਰਾਹ ਲੱਭ ਰਹੀ ਸੀ। ਉਹ ਬਾਗੀ ਤੇਵਰ ਅਪਰਾਧੀ ਸੋਚ ਨੂੰ ਝਾੜ ਕੇ ਆਜ਼ਾਦ ਮਨ ਨਾਲ ਤੁਰਨਾ ਚਾਹੁੰਦੀ ਸੀ। ਹੋਰ ਨਹੀਂ ਤਾਂ ਢਿੱਡ ਰੋਟੀ ਵੀ ਮੰਗਦਾ, ਤਨ ਢੱਕਣ ਲਈ ਕੱਪੜਾ ਚਾਹੀਦਾ, ਕਹਿਣ ਨੂੰ ਬੇਸ਼ੱਕ ਘਰ ਹੈ, ਡਿੱਗੂ ਡਿੱਗੂ ਕਰਦੀ ਕੋਠੜੀ ਭਾਵੇਂ ਅੱਜ ਥੱਲੇ ਲੈ ਲਵੇ। ਬਿਨਾਂ ਟੱਬਰ ਤੋਂ ਕੱਲੀ ਦੀ ਕਾਹਦੀ ਜੂਨ? ਕਿ ਵਰਗੇ ਕਿੰਨੇ ਫਿਕਰ ਕਰਦੇ। ਅੰਤ 'ਚ ਸਿੱਟਾ ਇਹੋ ਨਿਕਲਦਾ, ਹੁਣ ਹੋਰ ਬਦਲਾ ਲੈਣਾ ਕਿਹੜਾ ਬਾਕੀ ਰਹਿ ਗਿਆ? ਸਾਰੇ ਪਾਪੀ ਚੰਡਾਲ ਤਾਂ ਨਿਪਟਾਏ ਗਏ, ਰਹਿ ਗਿਆ ਤਾਰੂ, ਉਹਦੀ ਵਾਰੀ ਜਿਵੇਂ ਬਣੂ ਦੇਖਾਂਗੇ। ਮਾਹੀ ਅਤੀਤ ਤੋਂ ਪਿੱਛਾ ਛੁਡਾਰੀ ਲੱਗਦੀ, ਮੁੜ ਤੋਂ ਜਿਉਣ ਦੀ ਕਰੁੰਬਲ ਦਿਲ ਦੀਆਂ ਤਹਿਆਂ 'ਚੋਂ ਫੁੱਟ ਕੇ ਬਾਹਰ ਆਉਣ ਲਈ ਤਾਂਘ ਰਹੀ ਸੀ। ਧਿਆਨ ਮੱਦੀ ਦੇ ਖਜ਼ਾਨੇ ਵੱਲ ਗਿਆ, ਸੋਚਿਆ ਕਿੱਥੇ ਰੱਖਦਾ ਸੀ ਮਾਲ। ਹੇਠਾਂ ਛਿਟੀਆਂ ਕੋਲੋਂ ਖੁਦਾਈ ਕੀਤੀ, ਬਹੁਤਾ ਖਪਣਾ ਨਾ ਪਿਆ। ਇੱਕ ਮਟਕਾ ਤੇ 2 ਕੁੱਜੇ ਥਿਆਏ, ਖਾਸਾ ਮਾਲ ਸੀ। ਇੱਕ ਕੁੱਜਾ ਬਾਹਰ ਰੱਖ ਕੇ ਬਾਕੀ ਮਾਲ ਉਵੇਂ ਦੱਬਤਾ। ਛਿਟੀਆਂ ਦਾ ਲੜ ਮੋੜ ਦਿੱਤਾ, ਤਸੱਲੀ ਕਰਕੇ ਉੱਠੀ। ਅਠਮਾਸ਼ਕੀਆਂ, ਚਾਂਦੀ ਦੇ ਠੋਲੂ, ਭਾਨ, ਕੰਨਾਂ ਦੇ ਕੋਕਰੂ ਤੇ ਸਿਰ ਦਾ ਕਲਿੱਪ ਮਾਂਜ ਸਵਾਰ ਕੇ ਕੱਪੜੇ ਦੇ ਲੜ ਬੰਨ ਲਏ। ਪਹਿਲੀ ਵਾਰ ਪਿੰਡ 'ਚ ਵੜੇ, ਸ਼ਾਹੂਕਾਰ ਮਾਹੀ ਨੂੰ ਵੇਖ ਕੇ ਭਮੱਤਰ ਗਿਆ। ਸੌਦਾ ਤੋਲ ਦਿੱਤਾ, ਚਾਂਦੀ ਦੇ 3 ਰੁਪਏ ਰੱਖ ਲਏ, ਬਾਕੀ ਮਾਲ ਪੋਟਲੀ 'ਚ ਬੰਨ ਕੇ ਵਾਪਸ ਕਰਤਾ। ਟੂਮਾ ਸੁਨਿਆਰ ਕੋਲੇ ਦੇ ਕੇ ਪੈਸੇ ਵੱਟ ਲਈ, ਚੱਲ ਮੈਂ ਤੇਰੇ ਨਾਲ ਚੱਲਦਾ, ਕਿਤੇ ਪ੍ਰਭੂ ਸੁਨਿਆਰਾ ਤੈਨੂੰ ਪੁੱਠਾ ਨਾ ਮੋੜ ਦੇਵੇ। ਪ੍ਰਭੂ ਨਾਲ ਹਿਸਾਬ ਕਿਤਾਬ ਨਿਬੇੜ ਕੇ ਮਾਹੀ ਆਪਣੇ ਅਖੌਤੀ ਘਰ 'ਚ ਮੁੜ ਆਈ। ਇਹ ਤੋਂ ਪਹਿਲਾਂ ਉਹ ਜਬਰੀ ਉਧਾਲੇ ਨਾਲ ਇਸ ਵਲਗਨ 'ਚ ਲਿਆ ਕੇ ਸੁੱਟ ਦਿੱਤੀ ਗਈ ਸੀ। ਅੱਜ ਉਸੇ ਥਾਂ ਅੰਦਰ ਉਹਨੇ ਆਪਣੀ ਮਰਜ਼ੀ ਨਾਲ ਗ੍ਰਹਿ ਪ੍ਰਵੇਸ਼ ਕੀਤਾ। ਕੁਝ ਆਪਣਾ ਆਪਣਾ ਲੱਗਿਆ, ਕੁਝ ਚੈਨ ਮਿਲੀ। ਘਰ ਭਾਵੇਂ ਸੁੰਨਾ ਸੀ, ਜੱਜ ਦੇ ਹੁਕਮ ਮੁਤਾਬਕ ਆਪਣਾ ਸੀ, ਸਰੀਰ ਲੋਟੂਆਂ ਤੋਂ ਭੈ ਮੁਕਤ। ਇਹ ਨਗਰ ਖੇੜਾ ਵੀ ਆਪਣਾ ਲੱਗਿਆ, ਭਾਵੇਂ ਕੋਈ ਸਾਂਝ ਹਾਲੇ ਬਣੀ ਨਹੀਂ ਸੀ। ਬਾਣੀਏ ਸੁਨਿਆਰ ਨਾਲ ਮੁੱਠੀ ਖੁੱਲ ਗਈ ਸੀ, ਚਲਾਕੀ ਨਾਲ ਹੋਰ ਖਜ਼ਾਨੇ ਦਾ ਭੇਤ ਨਾ ਲੱਗਣ ਦਿੱਤਾ। ਜਿਹੜੇ ਪੈਸੇ ਵੱਟ ਲਿਆਂਦੇ ਸਨ, ਵਰਤਣ ਲਈ ਛੇਤੀ ਖਤਮ ਹੋਣ ਵਾਲੇ ਨਹੀਂ ਸਨ। ਲਾਲਾ ਉਹਦੇ ਮਾਲਦਾਰ ਹੋਣ ਦਾ ਅੰਦਾਜ਼ਾ ਲਾਉਂਦਾ ਆਦਰ ਕਰਨ ਲੱਗ ਪਿਆ ਸੀ। ਮੱਦੀ ਦੀ ਤੀਵੀਂ ਐਵੇਂ ਨੰਗ ਭੁੱਖ ਨਾਲ ਨਹੀਂ ਘੁਲਦੀ। ਲੁੱਟ ਦਾ ਮਾਲ ਹੱਥ ਲੱਗ ਗਿਆ ਹੋਣਾ। ਹਾਂ, ਲਾਲਾ ਢੇਰੂ ਮਲ ਐਵੇਂ ਝੂਠਾ ਨਹੀਂ ਆਖਦਾ। ਪਾਪ ਦਾ ਮਾਲ ਹੈ, ਫਲਦਾ ਨਹੀਂ। ਮੈਨੂੰ ਤਾਂ ਤਰਸ ਆਉਂਦਾ, ਵਿਚਾਰੀ ਖਬਰੇ ਕੀ ਜੱਫਰ ਜਾਲ ਕੇ ਆਈ ਹੈ। ਲੈ, ਬੜਾ ਤਰਸ ਆਉਂਦਾ, ਫਿਰ ਫੜ ਲੈ ਜਾ ਕੇ ਬਾਂਹ, ਹਾਲੇ ਵੀ ਮਸਾਲ ਵਾਂਗੂ ਦਗਦੀ ਹੈ। ਮੈਂ ਤਾਂ ਫੜ ਲੈਂਦਾ, ਡਰ ਲੱਗਦਾ ਪਤੰਦਰਨੀ ਤੋਂ, ਖਬਰੇ ਮੂਹਰੋਂ ਕਿਹੋ ਜਿਹਾ ਟੱਕਰ ਪਵੇ। ਇਹ ਵੀ ਠੀਕ ਹੈ, ਪਹਿਲਾਂ ਮੱਦੀ ਨੇ ਕੀ ਖੱਟ ਲਿਆ। ਤੀਵੀਂ ਦੇ ਚੱਸ 'ਚੋਂ ਬੰਦਾ ਆਪਦੀ ਜਾਨ ਤੋਂ ਗਿਆ ਤੇ ਤੀਵੀਂ ਆ ਫਿਰਦੀ ਹੈ ਮੌਜਾਂ ਕਰਦੀ। ਲੋਕਾਂ ਨੇ ਗੱਲਾਂ ਗੱਲਾਂ 'ਚ ਤੋਤਿਆਂ ਦੇ ਘੁੰਗਰੂ ਬੰਨ੍ਹਦੇ। ਆਉਂਦੀ ਕੁੜੀਏ ਲੈ ਆ ਚਿਉਂਕਣੀ ਮਿੱਟੀ ਦੇ ਹਾਰੇ, ਨੀ ਦੁੱਧ ਦਾ ਗਲਾਸ ਡੁੱਲ ਗਿਆ, ਸਾਰਾ ਟੱਬਰ ਚੰਗਿਆੜਾ ਮਾਰੇ। ਪਾਠ 15ਵਾਂ। ਆਵਾਜਾਈ ਦੇ ਸਾਧਨ ਨਾਮ ਮਾਤਰ ਸਨ। ਲੋਕ ਜ਼ਿਆਦਾਤਰ ਪੈਦਲ ਸਫ਼ਰ ਕਰਦੇ, ਲੋਈ ਪਾਟਦੀ ਨਾਲ ਨਿਕਲ ਪੈਂਦੇ ਤੇ ਦੁਪਹਿਰ ਹੋਣ ਤੋਂ ਪਹਿਲਾਂ ਵਾਟ ਨਿਬੇੜ ਲੈਂਦੇ। ਕੁਝ ਸਮਰੱਥ ਘਰਾਂ ਕੋਲ ਊਠ ਘੋੜੀਆਂ ਰੱਖੀਆਂ ਹੁੰਦੀਆਂ, ਵੱਡੇ ਜ਼ਿਮੀਂਦਾਰ ਜਾਂ ਅਫਸਰ ਜੀਪ ਰੱਖਦੇ। ਜੀਪ ਸ਼ਾਨ ਦਾ ਪ੍ਰਤੀਕ ਹੁੰਦੀ ਤੇ ਦੂਜਿਆਂ ਤੇ ਰੋਹ ਪਾਉਣ ਦਾ ਸਾਧਨ। ਮਲਕਪੁਰੇ 'ਚ ਜੀਪ ਦਾ ਮਤਲਬ ਪਿੰਡ ਦੀ ਸ਼ਾਨ 'ਚ ਵਾਧਾ। ਦਰਸ਼ਨ ਭਾਵੇਂ ਹੋਛਾਂ ਜਾਂ ਪਾਡਾ ਨਹੀਂ ਸੀ, ਪਰ ਜੀਪ ਨੇ ਟੌਰ 'ਚ ਵਾਧਾ ਜ਼ਰੂਰ ਕੀਤਾ। ਸਾਧੂ ਹੋਰਾਂ ਭਾਵੇਂ ਔਖੇ ਹੋ ਕੇ ਜੀਪ ਖਰੀਦੀ ਸੀ। ਦਰਸ਼ਨ ਨੂੰ ਆਰੇ ਲਾਉਣ ਤੇ ਖੁਸ਼ ਰੱਖਣ ਦੇ ਇਵਜ਼ ਵਿੱਚ ਉਹਨਾਂ ਨੇ ਆਰਥਿਕ ਔਖ ਨੂੰ ਨਜ਼ਰਅੰਦਾਜ਼ ਕਰਤਾ। ਜੀਪ ਭਾਵੇਂ ਖਟਾਰਾ ਸੀ, ਇੰਜਨ ਚੰਗਾ ਸੀ, ਡੰਗ ਵਾਹਵਾ ਲੰਘਾ ਰਹੀ ਸੀ। ਇਸੇ ਚਾਅ 'ਚ ਦਰਸ਼ਨ ਸੁਲਤਾਨਪੁਰ ਗਿਆ। ਭੂਆ ਨੇ ਵਧਾਈ ਵਜੋਂ ਗੱਡੀ ਤੇ ਹਲਦੀ ਦਾ ਟਿੱਕਾ ਕੀਤਾ, ਚੌਲ ਸਿੱਟੇ। ਦਰਸ਼ਨ ਨੂੰ ਚਾਂਦੀ ਦਾ 1 ਰੁਪਈਆ ਸ਼ਗਨ ਦਿੱਤਾ। ਚੰਗਾ ਕੀਤਾ ਤੂੰ ਆ ਗਿਆ। ਮੇਰ ਕਈ ਦਿਨਾਂ ਤੋਂ ਆਪਣੀ ਭੈਣ ਨੂੰ ਮਿਲਣ ਲਈ ਸਹਿਕ ਰਹੀ ਸੀ। ਇਹਨੂੰ ਖੋਤੜੇ ਲਿਜਾ ਕੇ ਮਿਲਾ ਲਿਆ। ਦਰਸ਼ਨ ਨੇ ਭੂਆ ਦੀ ਗੱਲ ਭੁੰਜੇ ਨਾ ਡਿੱਗਣ ਦਿੱਤੀ। ਭਾਬੀ ਦੀ ਭੈਣ ਨੂੰ ਮਿਲਣ ਜਾਣਾ, ਚੱਲ ਵੜਦੇ ਆ, ਪਰ ਭਾੜਾ ਲੱਗੂ, ਮੇਰੀ ਮਰਜ਼ੀ ਦਾ।
ਜੇ ਭਾਬੀ ਦੀ ਭੈਣ ਮੇਰੇ ਪਸੰਦ ਆ ਗਈ ਤਾਂ ਵਿੱਚ ਵਿਚਾਲੇ ਨੰਨਾ ਨਾ ਮਾਰੀ। ਸਮਗਾ ਸਾਡੀ ਗੱਲਬਾਤ ਕਰਾ ਦੀ। ਦਰਸ਼ਨ ਆਪਣੀ ਭਾਬੀ ਨੂੰ ਛੇੜ ਰਿਹਾ ਸੀ ਜਾਂ ਸਤਾ ਰਿਹਾ ਸੀ, ਇਹ ਮਿਹਰ ਜਾਣੇ। ਸਿਉਨੇ ਦਾ ਰੁਪਈਆ ਮੇਰੀ ਭੈਣ, ਚੰਦ ਦੀ ਥਾਲੀ। ਤੇਰੇ ਵਰਗੇ ਬਾਂਦਰ ਮੂੰਹ ਦੀ ਖਬਰੇ ਸਿਆਣ ਨਾ ਕੱਢੇ, ਮੂੰਹ ਧੋ ਕੇ ਜਾਣਾ ਪਊ। ਨਾ ਕੁੜੇ, ਬਾਂਦਰ ਮੂੰਹਾ ਕਿਉਂ ਕਿਹਾ? ਬਾਂਦਰ ਮੂੰਹਾ ਕਿਉਂ ਹੋਇਆ? ਮੇਰਾ ਪੁੱਤ, ਆਪਦੀ ਭੈਣ ਨੂੰ ਬਚਾ ਕੇ ਰੱਖੀ, ਕਿਤੇ ਖੇਡਣੇ ਜੇ ਖਿਡਾ ਕੇ ਬਹਿ ਜੇ। ਸ਼ੀਸ਼ੇ ਵਰਗੇ ਮੁੰਡੇ ਨੂੰ ਦੇਖ ਕੇ ਭੂਆ ਦਰਸ਼ਨ ਦੀ ਹੇਠੀ ਕਿਵੇਂ ਹੋਣ ਦਿੰਦੀ? ਤੂੰ ਚੱਲ ਤਾਂ ਸਹੀ, ਮੇਰੀ ਭੈਣ ਦੇਖੀ ਨਹੀਂ ਭਾਲੀ ਨਹੀਂ, ਪਹਿਲਾਂ ਹੀ ਲਾਲਾਂ ਸਿੱਟੀ ਜਾਣਾ ਵਿਚਾਰੀ ਤੇ। ਮੇਰ ਟਕੋਰ ਕਰਨੋਂ ਨਹੀਂ ਹਟ ਰਹੀ ਸੀ। ਮੇਰ ਨੇ ਅੰਦਾਜ਼ੇ ਨਾਲ ਘਰ ਪਛਾਣ ਲਿਆ। ਉਤਰ ਕੇ ਬਾਰ ਦਾ ਕੁੰਡਾ ਖੜਕਾਇਆ। ਦਰਸ਼ਨ ਜੀਪ 'ਚ ਬੈਠਾ ਰਿਹਾ। ਮਾਹੀ ਆਪਣੀ ਭੈਣ ਨੂੰ ਅੰਦਰ ਲੈ ਗਈ। ਦਰਸ਼ਨ ਨੇ ਅੰਦਰ ਲੰਘ ਕੇ ਜੀਪ ਜੰਡ ਦੀ ਛਾਂ ਹੇਠ ਲਾਤੀ। ਮਾਹੀ ਨੇ ਆਪਣੀ ਭੈਣ ਦੀ ਆਓ ਭਗਤ ਕੀਤੀ। ਦਰਸ਼ਨ ਉਸ ਲਈ ਉਪਰਾ ਸੀ, ਇਸ ਲਈ ਬਹੁਤੀ ਤਵੱਜੋ ਨਾ ਦਿੱਤੀ। ਚਾਹ ਪਾਣੀ ਪੀਣ ਤੋਂ ਬਾਅਦ ਪੁੱਛਿਆ, ਇਹ ਭਾਈ ਕੌਣ ਹੈ? ਦਰਸ਼ਨ ਦਾ ਭਾਈ ਅਖਵਾਉਣ ਤੇ ਮੂੰਹ ਕੁਸਾਲਾ ਜਿਹਾ ਹੋ ਗਿਆ। ਇਹਨੇ ਤਾਂ ਗੱਲ ਦੀ ਜੜ ਪੱਟਤੀ। ਮੈਂ ਕਿਤੇ ਇਹਦਾ ਭਾਈ ਲੱਗਦਾ? ਮੇਰ ਤੜ ਗਈ। ਦਰਸ਼ਨ ਵੱਲ ਟੇਢੀ ਜੀ ਅੱਖ ਨਾਲ ਵੇਖਦੀ ਨੇ ਦੱਸਿਆ, ਇਹ ਮੇਰਾ ਦਿਓਰ ਹੈ, ਦਰਸ਼ੀ, ਮਲਕਪੁਰੇ ਤੋਂ। ਦੁਪਹਿਰ ਤੱਕ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮਾਹੀ ਦੇ ਘਰ ਨੂੰ ਦੇਖ ਕੇ ਮੇਰ ਨੇ ਹੌਕਾ ਲਿਆ, ਚਲੋ ਕੁਛ ਤਾਂ ਹੈ ਸਿਰ ਢੱਕਣ ਲਈ। ਇੰਨੇ ਵੱਡੇ ਮੈਦਾਨ 'ਚੋਂ ਵੀ ਬਾਰ-ਬਾਰ ਕੱਲੀ ਲਈ ਹੈ ਤਾਂ ਔਖਾ। ਮੇਰ ਨੂੰ ਦੁੱਖ ਹੋਇਆ। ਜੀਪ ਕੋਲ ਗਈ, ਇੱਕ ਪੁਰਾਣਾ ਝੋਲਾ ਲੈ ਕੇ ਵਾਪਸ ਆ ਗਈ। ਮਾਹੀ ਅੱਗੇ ਮੰਜੀ ਤੇ ਢੇਰੀ ਕਰ ਦਿੱਤਾ। 4-5 ਗੁੱਥਲੀਆਂ ਥੈਲੀਆਂ ਤੇ ਪਾਨ, ਠੋਲੂ, ਮੈਲ ਜ਼ਰਦੇ ਖਾਦੇ ਹੋਏ। ਲੈ ਰੱਖ ਲੈ, ਤੇਰੇ ਕਿਸੇ ਕੰਮ ਆਉਣਗੇ। ਮਾਹੀ ਸਮਝ ਗਈ ਲੁੱਟ ਦਾ ਮਾਲ ਹੈ। ਮੇਰੇ ਕਿਸ ਕੰਮ ਦਾ? ਖਬਰੇ ਕਿਸਕੇ ਦਾ ਸੁਹਾਗ ਉਜਾੜ ਕੇ ਦੀ ਕੁੱਖ ਦਾ ਬੂਟਾ ਮਿੱਧ ਕੇ ਲਿਆਂਦੇ ਨੇ। ਕਿਸੇ ਦੇ ਹੌਕੇ, ਕਿਸੇ ਦੀ ਬੇਵਸੀ ਲੁੱਟ ਕੇ ਲਿਆਂਦੀ ਕਮਾਈ ਤਾਂ ਮੇਰੇ ਪਹਿਲਾਂ ਹੀ ਬਥੇਰੀ ਪਈ ਆ। ਚੰਦਰਿਆਂ ਨੇ ਕਾਹਦੇ ਪਿੱਛੇ ਪਾਪ ਕਮਾਇਆ? ਹੋ ਗਏ ਖਾਲੀ ਹੱਥ ਮੁੱਠੀਆਂ ਖੋਲ ਕੇ। 2 ਸਿਵਿਆਂ 'ਚ ਤੇ ਤੀਜਾ ਜੇਲ੍ਹ 'ਚ। ਕੀ ਖੱਟਿਆ? ਦਰਸ਼ਨ ਨੇ ਵਿੱਚ ਦਖਲ ਦਿੱਤਾ। ਇਹ ਪੈਸਾ ਹੈ ਤਾਂ ਹਰਾਮ ਦੀ ਕਮਾਈ। ਹਲਾਲ ਦੀ ਕਮਾਈ ਹੋਵੇ ਨਾ ਤੇ ਹਰਾਮ ਦੀ ਕਮਾਈ ਰੋੜੀਆਂ ਪੱਥਰ ਸਮਝ ਕੇ ਬਾਹਰ ਸੁੱਟ ਦਿਓ। ਇਹ ਵੀ ਸਿਆਣਪ ਨਹੀਂ। ਜੇ ਆਪ ਨਹੀਂ ਵਰਤਣੀ ਤਾਂ ਕਿਸੇ ਪੁੰਨ ਦੀ ਥਾਂ ਤੇ ਲਾ ਦਿਓ, ਨਾਲੇ ਲੋਕ ਜਸ ਕਰਨ, ਨਾਲੇ ਤੁਹਾਡਾ ਮਾਣ ਵਧੇ। ਨਹੀਂ, ਵਾਪਸ ਲੈ ਜਾ, ਉੱਥੇ ਪੁੰਨ ਕਰ ਦੇਈ। ਮੈਂ ਜਿਹੜੀ ਚੀਜ਼ ਰੱਖਣੀ ਸੀ ਰੱਖ ਲਈ। ਆਹ ਦੇਖ। ਮਾਹੀ ਨੇ ਢੇਰੀ 'ਚੋਂ ਟੂਲੀ ਰੰਗ ਦੀ ਗੁੱਥੜੀ ਸਿਆਣ ਕੇ ਦਿਖਾਈ। ਮੇਰ ਨੇ ਵੀ ਗੁੱਥੜੀ ਪਛਾਣ ਲਈ। ਇਸੇ ਗੁੱਥੜੀ ਦੀ ਖੋਹ ਖਾਤਰ ਹੀ ਤਾਂ ਇਮਾਮ ਬਖਸ਼ ਦਾ ਸਿਰ ਕਲਮ ਕੀਤਾ ਸੀ ਜ਼ਾਲਮਾਂ ਨੇ। ਗੁੱਥੜੀ 'ਚ ਉਹਨਾਂ ਦੇ ਅੱਬਾ ਦੀ ਹੱਕ ਦੀ ਕਮਾਈ ਸੀ। ਧੀਆਂ ਦੇ ਗੰਢ ਚਿਤਰਾਵੇ ਲਈ ਸਾਂਭਿਆ ਦਾਜ ਸੀ। ਮੇਰ ਨੇ ਹੋਰ ਅੜੀ ਨਾ ਕੀਤੀ। ਟੂਲੀ ਰੰਗੀ ਗੁੱਥੜੀ ਨੂੰ ਚੁੰਮ ਕੇ ਮੱਥੇ ਨਾਲ ਲਾਇਆ। ਮਾਹੀ ਦੀ ਝੋਲੀ 'ਚ ਪਾਤੀ। ਮਾਹੀ ਨੇ ਵਿਹੜੇ ਵਿੱਚ ਘਰ ਪਈਆਂ ਛਿਟੀਆਂ ਦੇ ਕੁੰਨੂ ਹੇਠੋਂ ਮੱਦੀ ਦੁਆਰਾ ਦੱਬਿਆ ਮਾਲ ਕੱਢ ਲਿਆਂਦਾ। ਸਾਰਾ ਮਾਲ ਇੱਕ ਚਾਦਰ ਉੱਤੇ ਇਕੱਠਾ ਕਰਕੇ ਗੱਠੜੀ ਬੰਨ੍ਹਤੀ। ਲੈ ਦਰਸ਼ਨ, ਇਹ ਤੂੰ ਲੈ ਜਾ, ਆਪਣੇ ਕੋਲ ਰੱਖ ਲਈ, ਅਮਾਨਤ ਸਮਝ ਕੇ। ਜਦੋਂ ਕਦੇ ਲੋੜ ਪਏ ਤਾਂ ਅਸੀਂ ਮੰਗ ਲਿਆ ਕਰਾਂਗੇ। ਮਾਹੀ ਨੂੰ ਦਰਸ਼ੀ ਇੱਕ ਇਤਬਾਰਯੋਗ ਮੁੰਡਾ ਲੱਗਿਆ। ਇਸ ਮੁਲਾਕਾਤ ਵਿੱਚੋਂ ਮਾਹੀ ਨੂੰ ਸੁਗੰਧੀਆਂ ਭਰਿਆ ਸਵਾਦ ਜਿਹਾ ਆਇਆ। ਇੱਕ ਉਹ ਵੀ ਹੈ ਸਾਹਿਬ ਸਿੰਘ ਤੇ ਇਹ ਹੈ ਤਾਂ ਉਸੇ ਦਾ ਭਰਾ। ਕਿੰਨਾ ਚੰਗਾ ਭਲਾ ਪੁਰਸ਼ ਹੈ। ਪ੍ਰਸ਼ੰਸਾ ਮਾਹੀ ਦੇ ਮੂੰਹ ਆਪ ਮੁਹਾਰੇ ਫੁੱਟ ਰਹੀ ਸੀ। ਦੁਪਹਿਰ ਤੋਂ ਬਾਅਦ ਦੋਹਾਂ ਭੈਣਾਂ ਨੇ ਵਿਦਾ ਲਈ। ਆਪਣਾ ਖਿਆਲ ਰੱਖੀ, ਤੂੰ ਮੇਰੇ ਪੇਕੇ ਹੈ, ਮੇਰੇ ਬਾਪੂ, ਮੇਰੇ ਵੀਰ ਦੀ ਥਾਂ ਤੇ। ਮੇਰ ਆਪਣੇ ਪੇਕਿਆਂ ਦੀ ਅੰਤਮ ਨਿਸ਼ਾਨੀ ਨੂੰ ਕਮਲੀਆਂ ਵਾਂਗ ਪਿਆਰ ਕਰ ਰਹੀ ਸੀ। ਦਰਸ਼ਨ ਵੀ ਭਾਵੁਕ ਹੋ ਗਿਆ। ਭਾਵੁਕਤਾ ਦੇ ਦ੍ਰਿਸ਼ ਨੂੰ ਮੋੜਾ ਦੇਣ ਲਈ ਮਖੌਲ ਤੇ ਉਤਰ ਆਇਆ। ਤੁਸੀਂ ਬੜੇ ਚੰਗੇ ਲੱਗੇ ਮਾਲਕੋ, ਕਦੇ ਗੇੜਾ ਮਾਰਿਆ ਕਰੋ ਇਸ ਗਰੀਬ ਦੇ ਘਰ ਵੀ। ਉਹਦੀ ਭਾਬੀ ਹੱਸ ਪਈ ਤੇ ਦਰਸ਼ਨ ਦੀ ਵੱਖੀ 'ਚ ਚੁੰਡੀ ਵੜਦਿਆਂ ਆਖਿਆ, ਕਿਉਂ ਖੁਸ਼ ਹੈ? ਇੱਥੇ ਆ ਕੇ ਕਿਤੇ ਬਹੁਤਾ ਚੰਗਾ ਤਾਂ ਨਹੀਂ ਲੱਗਿਆ? ਭਾਬੀ ਤੇਰੀ ਭੈਣ ਹੈ ਤਾਂ ਗੜੌਂਦੂ ਵੇਰ, ਪਰ ਦਰਸ਼ਨ ਵੀ ਕੋਈ ਐਸੀ ਵੈਸੀ ਚੀਜ਼ ਨਹੀਂ। ਪਰ ਕੰਡਿਆਂ 'ਚ ਹੱਥ ਪਾਉਣ ਤੋਂ ਪਹਿਲਾਂ ਸੋਚਣਾ ਪਊ। ਦਰਸ਼ਨ ਨੇ ਮਾਹੀ ਵੱਲ ਦੇਖਦਿਆਂ ਕਿਹਾ। ਜੀਪ ਚਲੀ ਗਈ। ਇੰਜਣ ਦੀ ਘੂਕ ਮਾਹੀ ਦੇ ਦਿਲ ਦਿਮਾਗ ਉੱਪਰ ਸੰਗੀਤ ਵਰਗਾ ਰਸ ਘੋਲਦੀ ਰਹੀ। ਮੁਲਾਕਾਤ ਮਾਹੀ ਲਈ ਸੁੱਤੀਆਂ ਕਲਾਂ ਜਗਾਉਣ ਵਾਲੀ ਸਾਬਤ ਹੋਈ। ਬੱਗੇ ਬਲਦ ਖਰਾਸੇ ਜਾਣੇ, ਮਾਨ ਕੋਰੇ ਕੱਢ ਘੁੰਗਰੂ। ਧੰਨਵਾਦ।